ਪਿਆਰੇ ਵਿਦਿਆਰਥੀਓ, ਅਸੀਂ 2 ਚੈਪਟਰ ਮਾਡਰਨ ਆਫਿਸ ਪ੍ਰੈਕਟਿਸ ਦੇ ਪਹਿਲਾਂ ਪੜ੍ਹ ਚੁੱਕੇ ਹਾਂ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੋਵਾਂ ਨੂੰ ਰਿਵਾਈਜ਼ ਕਰ ਲਈਏ। ਜਿਨ੍ਹਾਂ ਬੱਚਿਆਂ ਨੇ ਬਹੁਤ ਹੀ ਸ਼ਿੱਦਤ ਦੇ ਨਾਲ 2 ਚੈਪਟਰ ਪੜ੍ਹੇ ਹੋਣਗੇ, ਉਹਨਾਂ ਵਾਸਤੇ ਬੜਾ ਹੀ ਆਸਾਨ ਹੋ ਜਾਏਗਾ ਕਿ ਉਹ ਕਿਸ ਤਰ੍ਹਾਂ ਇਹਨਾਂ ਨੂੰ ਰਿਵਾਈਜ਼ ਕਰ ਸਕਦੇ ਹੈਗੇ ਨੇ। ਜਿਹੜੇ ਸਾਰੇ ਕਨਸੈਪਟ ਪੜ੍ਹੇ ਹੈਗੇ ਸੀ, ਇਹਨਾਂ ਨੂੰ ਆਪਾਂ ਦੁਹਰਾਈ ਇਹਨਾਂ ਦੀ ਕਰ ਸਕਾਂਗੇ। ਤੇ ਇਹ ਚੈਪਟਰ ਜਿਹੜੇ ਪਹਿਲਾ ਤੇ ਦੂਸਰਾ ਹੈਗਾ ਸੀ, ਇਹਨੂੰ ਆਪਾਂ ਚੌਥੇ ਐਪੀਸੋਡ ਵਿੱਚ ਕੋਸ਼ਿਸ਼ ਕਰ ਰਹੇ ਹੈਗੇ ਹਾਂ ਕਿ ਆਪਾਂ ਇਹਨਾਂ ਨੂੰ ਪੂਰੀ ਤਰ੍ਹਾਂ ਸਮਝੀਏ। ਹੁਣ ਪਿਆਰੇ ਬੱਚਿਓ, ਆਪਾਂ ਆਫਿਸ ਬਾਰੇ ਸਾਰੀ ਗੱਲਬਾਤ ਕਰਦੇ ਹੈਗੇ ਆ। ਸਾਡੇ ਟੌਪਿਕ ਦਾ ਨਾਮ ਵੀ ਆਫਿਸ ਤੋਂ ਸ਼ੁਰੂ ਹੁੰਦਾ ਹੈ। ਸਾਡਾ ਜਿਹੜਾ ਸਬਜੈਕਟ ਹੈਗਾ ਉਹ ਵੀ ਹੈਗਾ ਆ ਮਾਡਰਨ ਆਫਿਸ ਪ੍ਰੈਕਟਿਸਿਸ, ਕਿ ਸਾਡੇ ਜਿਹੜੇ ਆਧੁਨਿਕ ਦਫ਼ਤਰ ਹੈਗੇ ਨੇ, ਇਹਦੇ ਵਿੱਚ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਹੋਣਗੀਆਂ, ਕਿਸ ਤਰ੍ਹਾਂ ਦੀਆਂ ਪ੍ਰੈਕਟਿਸਿਸ ਹੋਣਗੀਆਂ। ਇਸ ਚੀਜ਼ ਨੂੰ ਸਮਝਣਾ ਹੀ ਸਾਡਾ ਟੌਪਿਕ ਹੈ, ਇਹੋ ਹੀ ਸਾਡਾ ਵਿਸ਼ੇ ਹੈਗਾ ਆ। ਹੁਣ ਜਿਹੜਾ ਸਾਡਾ ਆਫਿਸ ਹੁੰਦਾ ਹੈਗਾ ਆ, ਉਹ ਤੇ ਐਡਮਿਨਿਸਟ੍ਰੇਟਿਵ, ਕਮਰਸ਼ੀਅਲ, ਕਈ ਪ੍ਰਕਾਰ ਦੀਆਂ ਐਕਟੀਵਿਟੀਜ਼ ਚੱਲ ਰਹੀਆਂ ਹੁੰਦੀਆਂ ਨੇ। ਉਹ ਇੱਕ ਰੂਮ ਹੋ ਸਕਦਾ, ਉੱਥੇ ਬਹੁਤ ਸਾਰੇ ਰੂਮ ਵੀ ਹੋ ਸਕਦੇ ਹੈਗੇ ਨੇ। ਉਹ ਇੱਕ ਪੂਰੀ ਬਿਲਡਿੰਗ ਹੋ ਸਕਦੀ ਹੈਗੀ, ਡਿਪੈਂਡ ਕਰਦਾ ਨਾ, ਕੋਈ ਕਿੰਨਾ ਵੀ ਵੱਡਾ ਆਫਿਸ ਹੋ ਸਕਦਾ, ਕਿੰਨਾ ਵੀ ਛੋਟਾ ਹੋ ਸਕਦਾ ਹੈਗਾ ਆ। ਉੱਥੇ ਬਹੁਤ ਸਾਰੇ ਵਰਕਰ ਭਾਵੇਂ ਇੱਕ ਜਾਂ ਇੱਕ ਤੋਂ ਜ਼ਿਆਦਾ ਕੰਮ ਕਰ ਰਹੇ ਹੋਣਗੇ। ਉਹ ਜਿਹੜਾ ਆਫਿਸ ਹੈਗਾ ਆ, ਉੱਥੇ ਸਪੈਸੀਫਾਈਡ ਆਕੂਪੇਸ਼ਨ, ਕੋਈ ਜੌਬ ਹੁੰਦੇ ਹੋਣਗੇ ਕਿ ਵੀ ਆਹ ਪਰਟੀਕੂਲਰ ਕੰਮ ਜਿਹੜਾ ਹੈਗਾ ਨਾ ਉੱਥੇ ਹੁੰਦਾ। ਕੋਈ ਡਾਕਟਰ ਦਾ ਆਫਿਸ ਹੈਗਾ ਆ, ਉੱਥੇ ਡਾਕਟਰ ਤੋਂ ਸੰਬੰਧਿਤ ਕੋਈ ਚੀਜ਼ਾਂ ਹੁੰਦੀਆਂ ਹੋਣਗੀਆਂ, ਮਰੀਜ਼ਾਂ ਦਾ ਇਲਾਜ ਹੁੰਦਾ ਹੋਏਗਾ, ਕੋਈ ਪਰਚੀ ਲਿਖੀ ਜਾਂਦੀ ਹੋਏਗੀ। ਕੋਈ ਗਵਰਨਮੈਂਟ ਆਫਿਸ ਹੈਗਾ, ਉੱਥੇ ਕੋਈ ਗਵਰਨਮੈਂਟ ਦੀਆਂ ਪਰਟੀਕੂਲਰ ਐਕਟੀਵਿਟੀਜ਼ ਹੁੰਦੀਆਂ ਹੋਣਗੀਆਂ। ਤੇ ਆਹ ਜਿਹੜਾ ਆਫਿਸ ਹੈਗਾ ਆ, ਇਹ ਤੋਂ ਆਪਾਂ ਬਹੁਤ ਜ਼ਿਆਦਾ ਰਾਬਤਾ ਰੱਖਦੇ ਹੈਗੇ ਆ। ਕਿਤੇ ਨਾ ਕਿਤੇ ਸਾਡੇ ਲਈ ਇਹ ਬੜਾ ਹੀ ਜ਼ਰੂਰੀ ਹੁੰਦਾ, ਕਿਉਂਕਿ ਹਰ ਕੋਈ ਵਿਅਕਤੀ ਜਿਹੜਾ ਹੈਗਾ ਆ, ਕਿਸੇ ਨਾ ਕਿਸੇ ਆਫਿਸ ਵਿੱਚ ਜਾਂਦਾ ਹੈਗਾ ਆ, ਵਿਜ਼ਿਟ ਕਰਦਾ ਹੈਗਾ ਆ, ਤੇ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਰਹਿੰਦੀ ਹੈਗੀ ਆ। ਤੇ ਤੁਹਾਡਾ ਤੇ ਵਿਸ਼ੇ ਹੀ ਹੈਗਾ ਕਿ ਬਤੌਰ ਕਾਮਰਸ ਦੇ ਵਿਦਿਆਰਥੀ ਅਸੀਂ ਕੋਸ਼ਿਸ਼ ਕਰਨੀ ਹੈਗੀ ਆ ਕਿ ਅਸੀਂ ਆਫਿਸ ਨੂੰ ਬਹੁਤ ਧਿਆਨ ਦੇ ਨਾਲ ਸਮਝੀਏ, ਕਿਉਂਕਿ ਆਫਿਸ ਇਹੋ ਜਿਹੀ ਜਗ੍ਹਾ ਆ ਜਿੱਥੇ ਆਉਣ ਵਾਲੇ ਟਾਈਮ ਤੇ ਜਦੋਂ ਵੀ ਅਸੀਂ ਜੌਬ ਕਰਨ ਜਾਵਾਂਗੇ ਜਾਂ ਕੋਈ ਆਪਣਾ ਬਿਜ਼ਨਸ ਸੈਟਅਪ ਕਰਾਂਗੇ, ਕੋਈ ਸਟਾਰਟਅਪ ਕਰਾਂਗੇ, ਤੇ ਅਸੀਂ ਇੱਕ ਆਫਿਸ ਤੇ ਬਣਾਵਾਂਗੇ ਨਾ। ਸਾਰੇ ਕੰਮ ਸਾਡੇ ਜਿਹੜੇ ਆਫਿਸ ਤੋਂ ਤੇ ਚੱਲ ਹੀ ਰਹੇ ਹੋਣਗੇ ਨਾ। ਅਗਰ ਮੈਂ ਆਫਿਸ ਦਾ ਹਿੱਸਾ ਹੋਵਾਂਗਾ, ਮੈਨੂੰ ਆਫਿਸ ਦੀ ਖਾਸ ਸਮਝ ਹੋਵੇ ਕਿ ਆਫਿਸ ਹੁੰਦਾ ਕਿਸ ਤਰ੍ਹਾਂ ਦਾ ਹੈਗਾ ਆ, ਤੇ ਬੜਾ ਹੀ ਆਸਾਨ ਹੋ ਜਾਏਗਾ ਮੇਰੇ ਲਈ ਉਸ ਚੀਜ਼ ਨੂੰ ਚਲਾਉਣਾ। ਕਿਉਂਕਿ ਆਉਣ ਵਾਲਾ ਜਿਹੜਾ ਆਫਿਸ ਹੈਗਾ ਆ, ਉਹਦੀ ਜਾਣ ਪਹਿਚਾਣ, ਮਾਡਰਨ ਆਫਿਸ ਜਿਹੜੇ ਹੈਗੇ ਉਹਦੀ ਜਾਣ ਪਹਿਚਾਣ ਹੋਣਾ ਸਾਡੇ ਲਈ ਬੜਾ ਹੀ ਜ਼ਰੂਰੀ ਹੈਗਾ ਆ। ਉਹ ਇੱਕ ਸਪੇਸ ਹੁੰਦਾ ਜਿੱਥੇ ਸਾਰਾ ਕੁਝ ਹੱਬ ਦੀ ਤਰ੍ਹਾਂ ਚੱਲ ਰਿਹਾ ਹੁੰਦਾ। ਜਿੰਨੀਆਂ ਚੀਜ਼ਾਂ ਉੱਥੇ ਤੁਸੀਂ ਵੇਖ ਰਹੇ ਹੁੰਦੇ ਜੇ, ਉਹ ਸਾਰੀਆਂ ਉਸ ਆਫਿਸ ਤੋਂ ਸੰਭਵ ਹੋ ਰਹੀਆਂ ਹੁੰਦੀਆਂ ਨੇ। ਤੇ ਇਸ ਚੀਜ਼ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਆਫਿਸ ਕੀ ਹੁੰਦਾ ਹੈਗਾ ਆ, ਉਹ ਕਿਸ ਤਰ੍ਹਾਂ ਦਾ ਸਥਾਨ ਹੁੰਦਾ ਹੈਗਾ ਆ, ਤੇ ਉਹਦੇ ਫੀਚਰ ਕਿਸ ਤਰ੍ਹਾਂ ਦੇ ਹੁੰਦੇ ਨੇ, ਉਹਦੇ ਕਰੈਕਟਰਿਸਟਿਕ ਕਿਸ ਤਰ੍ਹਾਂ ਦੇ ਹੁੰਦੇ ਹੈਗੇ ਨੇ, ਉਹਦੇ ਲੱਛਣ ਜਾਂ ਵਿਸ਼ੇਸ਼ਤਾਵਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਹੈਗੀਆਂ ਨੇ। ਹੁਣ ਸਭ ਤੋਂ ਪਹਿਲਾਂ ਹੈਗਾ ਆ ਕੇਂਦਰੀ ਸਥਾਨ। ਉਹ ਜਿਹੜਾ ਵੀ ਆਫਿਸ ਹੁੰਦਾ ਨਾ, ਉਹ ਇੱਕ ਸੈਂਟਰਲਾਈਜ਼ਡ ਲੋਕੇਸ਼ਨ ਹੁੰਦਾ ਹੈ। ਕਿਸੇ ਵੀ ਮੰਨ ਲਓ ਬਹੁਤ ਵੱਡਾ ਸਾਡਾ ਇੱਕ ਦਫ਼ਤਰ ਹੈਗਾ ਆ, ਤੇ ਉਹਦੇ ਵਿੱਚ ਇੱਕ ਸੈਂਟਰਲਾਈਜ਼ਡ ਲੋਕੇਸ਼ਨ ਹੁੰਦਾ ਹੈ ਕਿ ਵੀ ਆਹ ਆਫਿਸ ਹੈਗਾ ਸਾਡਾ। ਉਹ ਜਿੰਨਾ ਵੀ ਇੰਡਸਟਰੀ ਚੱਲ ਰਹੀ ਹੈ, ਫਰਮ ਚੱਲ ਰਹੀ ਹੈਗੀ ਆ, ਉਹਦਾ ਇੱਕ ਸੈਂਟਰਲਾਈਜ਼ਡ ਲੋਕੇਸ਼ਨ ਹੁੰਦਾ, ਕੇਂਦਰੀ ਸਥਾਨ ਹੁੰਦਾ ਹੈਗਾ ਆ। ਮੰਨ ਲਓ ਸਕੂਲ ਹੈਗਾ ਆ, ਉਹਦਾ ਇੱਕ ਆਫਿਸ ਤੁਸੀਂ ਵੇਖਿਆ ਹੋਣਾ ਨਾ, ਉਹਦਾ ਸੈਂਟਰਲਾਈਜ਼ਡ ਲੋਕੇਸ਼ਨ ਤੇ ਹੋਏਗਾ। ਇੱਕ ਬਹੁਤ ਵੱਡਾ ਆਫਿਸ ਤੁਸੀਂ ਵੇਖਿਆ ਹੋਊਗਾ, ਉਹਦੇ ਅੰਦਰ ਤੁਸੀਂ ਵੇਖੋਗੇ ਇੱਕ ਸੈਂਟਰਲਾਈਜ਼ਡ ਲੋਕੇਸ਼ਨ ਤੇ ਸਾਰੀ ਚੀਜ਼ਾਂ ਸੈਟਅਪ 'ਚ ਚੱਲ ਰਹੀਆਂ ਹੋਣਗੀਆਂ। ਉਹ ਪੂਰਾ ਦਾ ਪੂਰਾ ਪ੍ਰਾਵਧਾਨ ਜਿਹੜਾ ਹੈਗਾ ਆ, ਉਹ ਸੈਂਟਰਲਾਈਜ਼ਡ ਲੋਕੇਸ਼ਨ ਤੋਂ ਚੱਲ ਰਿਹਾ ਹੈਗਾ। ਤੇ ਆਫਿਸ ਦਾ ਫੀਚਰ ਕੀ ਆ? ਉਹ ਕੇਂਦਰੀ ਲੋਕੇਸ਼ਨ ਹੁੰਦੀ ਆ, ਸਥਾਨ ਹੁੰਦਾ ਆ ਉਸ ਫਰਮ ਦਾ, ਉਸ ਆਰਗੇਨਾਈਜੇਸ਼ਨ ਦਾ। ਸਪੈਸ਼ਲਾਈਜ਼ਡ ਇਕਵਿਪਮੈਂਟ ਐਂਡ ਟੈਕਨੋਲੋਜੀ। ਅੱਜ ਕੱਲ੍ਹ ਨਾ ਉਸ ਆਫਿਸ ਵਿੱਚ ਤੁਸੀਂ ਵੇਖੋਗੇ ਵਿਸ਼ੇਸ਼ ਉਪਕਰਨ ਤੇ ਟੈਕਨੋਲੋਜੀਜ਼ ਹੋਣਗੀਆਂ। ਹੁਣ ਤੁਸੀਂ ਵੇਖਦੇ ਹੈਗੇ ਜੇ ਕਿ ਉੱਥੇ ਸਿਰਫ ਪੇਪਰ, ਪੈਨ, ਇਹੋ ਜਿਹੀ ਚੀਜ਼ਾਂ ਨਹੀਂ ਹੈ, ਫਾਈਲਾਂ ਪਈਆਂ, ਸਿਰਫ ਇਸ ਤਰ੍ਹਾਂ ਨਹੀਂ ਹੈਗਾ। ਬਹੁਤ ਸਾਰੇ ਇਕਵਿਪਮੈਂਟ ਹੋਣਗੇ, ਬਹੁਤ ਸਾਰੀ ਟੈਕਨੋਲੋਜੀ ਦਾ ਯੂਜ਼ ਹੋ ਰਿਹਾ ਹੋਊਗਾ। ਉਹ ਸਾਰੀ ਟੈਕਨੋਲੋਜੀ ਨੂੰ ਯੂਜ਼ ਕਰਦੇ ਹੋਏ ਉਸ ਆਫਿਸ ਨੂੰ ਚਲਾਇਆ ਜਾ ਰਿਹਾ ਹੋਗਾ। ਤਾਂ ਹੀ ਤੇ ਉਹ ਮਾਡਰਨ ਆਫਿਸ ਹੈ ਨਾ। ਆਪਾਂ ਕਿਤੇ ਨਾ ਕਿਤੇ ਕੰਪੇਅਰ ਕਰਦੇ ਆ ਨਾ ਕਿ ਪੁਰਾਣੇ ਆਫਿਸ ਕਿਸ ਤਰ੍ਹਾਂ ਦੇ ਹੁੰਦੇ ਸੀ ਤੇ ਹੁਣ ਨਵੇਂ ਆਫਿਸ ਕਿਸ ਤਰ੍ਹਾਂ ਦੇ ਹੈਗੇ ਆ। ਤੇ ਇਸ ਕੰਪੇਅਰ ਨੂੰ ਸਮਝਣ ਲਈ ਸਾਨੂੰ ਸਮਝਣਾ ਪਊਗਾ ਕਿ ਉਹ ਜਿਹੜੇ ਆਫਿਸ ਹੈਗੇ ਨੇ, ਉਹਦੇ ਵਿੱਚ ਹੁਣ ਨਵੀਆਂ ਚੀਜ਼ਾਂ ਕੀ ਹੋਣਗੀਆਂ ਕਿ ਉੱਥੇ ਬਹੁਤ ਜ਼ਿਆਦਾ ਟੈਕਨੋਲੋਜੀ ਦਾ ਇਸਤੇਮਾਲ ਹੋ ਰਿਹਾ ਹੋਗਾ। ਬੜੇ ਉਪਕਰਨ ਲੱਗੇ ਹੋਣਗੇ ਜਿਨ੍ਹਾਂ ਦਾ ਇਸਤੇਮਾਲ ਹੋ ਕੇ ਪੂਰਾ ਡੇਟਾਬੇਸ ਨੂੰ ਐਨਾਲਾਈਜ਼ ਕਰਦੇ ਹੋਵਾਂਗੇ। ਕਈ ਵਾਰ ਹੁੰਦਾ ਨਾ ਇੱਕ ਆਫਿਸ ਉੱਤੇ ਇਹੋ ਜਿਹੀ ਸੈਂਟਰਲਾਈਜ਼ਡ ਲੋਕੇਸ਼ਨ ਤੇ ਹੁੰਦਾ ਆ ਕਿ ਅਸੀਂ ਸਾਡੇ ਦਫ਼ਤਰ ਜਿਸ ਤਰ੍ਹਾਂ ਕਿ ਮੰਨ ਲਓ ਦੇਸ਼ ਦੇ ਕੋਨੇ-ਕੋਨੇ 'ਚ ਫੈਲੇ ਹੋਣਗੇ, ਉਹਨਾਂ ਵਿੱਚੋਂ ਉਹ ਜਿਹੜੀ ਲੋਕੇਸ਼ਨ ਹੈਗੀ ਆ, ਅਸੀਂ ਸਾਰਿਆਂ ਦੇ ਨਾਲ ਡੀਲ ਕਰ ਰਹੇ ਹੋਵਾਂਗੇ। ਸਾਰਿਆਂ ਨੂੰ ਅਸੀਂ ਉੱਥੋਂ ਐਜ਼ ਅ ਹਬ ਆਪਰੇਟ ਕਰ ਰਹੇ ਹੋਵਾਂਗੇ। ਤੇ ਉਹ ਕਿਸ ਤਰ੍ਹਾਂ ਕਰ ਰਹੇ ਹੋਵਾਂਗੇ? ਉਹ ਕਿਸੇ ਟੈਕਨੋਲੋਜੀ ਦੀ ਮਦਦ ਤੋਂ ਕਰ ਰਹੇ ਹੋਵਾਂਗੇ ਨਾ। ਉਹ ਟੈਕਨੋਲੋਜੀ ਦੀ ਮਦਦ ਨਾਲ ਅਸੀਂ ਕਮਿਊਨੀਕੇਟ ਵੀ ਕਰ ਰਹੇ ਹੋਵਾਂਗੇ, ਅਸੀਂ ਉੱਥੋਂ ਦਾ ਸਾਰਾ ਡੇਟਾ ਪ੍ਰਾਪਤ ਕਰ ਰਹੇ ਹੋਵਾਂਗੇ, ਉਹਨੂੰ ਐਨਾਲਾਈਜ਼ ਕਰ ਰਹੇ ਹੋਵਾਂਗੇ।
ਉਸ ਤੋਂ ਬਾਅਦ ਉਹ ਆਰਗੇਨਾਈਜ਼ ਤੇ ਸਟਰਕਚਰ ਰੂਪ ਚ ਉਹ ਚੱਲਦਾ ਹੈਗਾ। ਜਿਹੜਾ ਆਫਿਸ ਹੈਗਾ ਆ ਉਹ ਵੈਲ ਆਰਗੇਨਾਈਜ਼ਡ, ਵੈਲ ਸਟਰਕਚਰਡ ਹੁੰਦਾ ਹੈਗਾ। ਕਿਹੜਾ ਵਿਅਕਤੀ ਕੀ ਕੰਮ ਕਰ ਰਿਹਾ ਹੈਗਾ, ਕਿਹੜੀ ਚੀਜ਼ ਕਿੱਥੇ ਪਈ ਹੋਏਗੀ, ਕਿਹੜਾ ਉਪਕਰਨ ਕਿੱਥੇ ਲੱਗਾ ਹੋਏਗਾ, ਇਹ ਪੂਰੀ ਤਰ੍ਹਾਂ ਆਰਗੇਨਾਈਜ਼ ਹੁੰਦਾ ਹੈਗਾ, ਸੰਗਠਿਤ ਤੇ ਢਾਂਚਾਗਤ ਹੁੰਦਾ ਹੈਗਾ ਆ। ਇਹ ਨਹੀਂ ਕਿ ਆਫਿਸ ਵਿੱਚ ਆਪਾਂ ਜਾ ਰਹੇ ਤੇ ਪਤਾ ਹੀ ਨਹੀਂ ਕੌਣ ਵਿਅਕਤੀ ਕੀ ਕਰ ਰਿਹਾ ਹੈਗਾ ਆ, ਕਿਹੜੀ ਚੀਜ਼ ਕਿੱਥੇ ਪਈ ਹੈਗੀ ਆ, ਕਿਹੜਾ ਉਪਕਰਨ ਕਿਸ ਕੰਮ ਵਾਸਤੇ ਹੈਗਾ, ਇਸ ਤਰ੍ਹਾਂ ਦਾ ਨਹੀਂ ਹੁੰਦਾ ਹੈਗਾ। ਫਿਰ ਉੱਥੇ ਇੱਕ ਪ੍ਰੋਫੈਸ਼ਨਲ ਐਟਮੋਸਫੇਅਰ ਹੈ, ਕੈਜੂਅਲ ਨਹੀਂ ਹੋਏਗਾ, ਪ੍ਰੋਫੈਸ਼ਨਲ ਐਟਮੋਸਫੇਅਰ ਹੋਏਗਾ। ਹਰ ਵਿਅਕਤੀ ਦਾ ਇੱਕ ਕੰਮ ਡਿਫਾਈਨ ਹੋਏਗਾ, ਰਿਸਪੌਂਸਿਬਿਲਿਟੀ ਡਿਫਾਈਨ ਹੋਏਗੀ, ਕਿਹੜਾ ਵਿਅਕਤੀ ਕਿੱਥੇ ਕੀ ਕਰਨ ਜਾ ਰਿਹਾ ਹੈਗਾ ਉਹ ਪਤਾ ਹੋਏਗਾ ਤੇ ਇਹ ਪ੍ਰੋਫੈਸ਼ਨਲ ਐਟਮੋਸਫੇਅਰ ਹੋਏਗਾ। ਤਾਂ ਹੀ ਤੁਸੀਂ ਵੇਖਦੇ ਜੇ ਨਾ ਜਦੋਂ ਵੀ ਦਫ਼ਤਰ ਜਾਂਦੇ ਆ ਉੱਥੋਂ ਦੀ ਆਊਟਲੁੱਕ ਇੱਕ ਅਲੱਗ ਪ੍ਰਕਾਰ ਦੀ ਹੁੰਦੀ ਹੈਗੀ ਆ। ਉੱਥੋਂ ਦਾ ਫਰਨੀਚਰ, ਉੱਥੋਂ ਦੀ ਇੰਪਲੋਇਜ਼, ਉੱਥੋਂ ਦੇ ਉਪਕਰਨ, ਉੱਥੋਂ ਦੀ ਗੱਲ ਕਰਨ ਦਾ ਇੰਪਲੋਇਜ਼ ਦਾ ਤਰੀਕਾ, ਰਿਸੈਪਸ਼ਨ ਵਾਲੇ ਕਿਸ ਤਰ੍ਹਾਂ ਗੱਲ ਕਰ ਰਹੇ ਆ, ਬੈਕ ਆਫਿਸ ਵਾਲੇ ਕਿਸ ਤਰ੍ਹਾਂ ਕਰ ਰਹੇ ਹੈਗੇ, ਮਿਡਲ ਆਫਿਸ ਵਾਲੇ ਕਿਸ ਤਰ੍ਹਾਂ ਕਰ ਰਹੇ ਆ, ਇਹ ਸਾਰੀਆਂ ਜਿਹੜਾ ਐਟਮੋਸਫੇਅਰ ਹੈਗਾ ਉੱਥੇ ਬਣਿਆ ਹੁੰਦਾ, ਉਹ ਇੱਕ ਪ੍ਰੋਫੈਸ਼ਨਲ ਐਟਮੋਸਫੇਅਰ ਹੋਏਗਾ ਜਿਹੜਾ ਤੁਹਾਨੂੰ ਉੱਥੇ ਨਜ਼ਰ ਆਏਗਾ। ਇਸ ਤੋਂ ਬਾਅਦ ਸਪੋਰਟਿਵ ਸਰਵਿਸ। ਦੇਖੋ ਜਿੱਥੇ ਵੀ ਆਪਾਂ ਜਾਂਦੇ ਨਾ ਇੱਕ ਸਪੋਰਟ ਸਰਵਿਸ ਦੇਣ ਦੀ ਬਹੁਤ ਜ਼ਰੂਰੀ ਹੁੰਦੀ ਆ। ਮੰਨ ਲਓ ਅਸੀਂ ਕਸਟਮਰ ਕੇਅਰ ਤੇ ਫੋਨ ਕਰ ਰਹੇ ਹੈਗੇ ਹਾਂ, ਕਿਉਂ? ਕਿਉਂਕਿ ਅਸੀਂ ਸਮਾਨ ਖਰੀਦਿਆ ਹੈਗਾ, ਅਸੀਂ ਉਸ ਪ੍ਰੋਡਕਟ ਉਸ ਗੁੱਡਸ ਵਿੱਚ ਕੋਈ ਇਸ਼ੂ ਆ ਰਿਹਾ ਹੈਗਾ, ਉਹਨੂੰ ਇਸਤੇਮਾਲ ਕਰਨ ਲੱਗਿਆ ਤੇ ਮੈਂ ਸਪੋਰਟ ਕਿੱਥੋਂ ਪਾਵਾਂਗਾ? ਉਹਦਾ ਆਫਿਸ ਹੀ ਮੈਂ ਲੱਭਾਂਗਾ ਨਾ ਕਿ ਉਸ ਪ੍ਰੋਡਕਟ ਨੂੰ ਬਣਾਉਣ ਵਾਲਿਆਂ ਦਾ ਆਫਿਸ ਕਿੱਥੇ ਆ। ਉਹ ਸੈਂਟਰਲ ਲੋਕੇਸ਼ਨ ਵਿੱਚ ਜਿੱਥੇ ਵੀ ਹੈਗਾ, ਜਿਨ੍ਹਾਂ ਕੋਲ ਬਹੁਤ ਸਾਰੇ ਟੈਕਨੋਲੋਜੀਕਲ ਇਕਵਿਪਮੈਂਟ ਲੱਗੇ ਹੋਣਗੇ, ਉਹ ਮੇਰੇ ਨਾਲ ਕਮਿਊਨੀਕੇਟ ਕਰ ਪਾਉਣਗੇ, ਉਹ ਬਹੁਤ ਆਰਗੇਨਾਈਜ਼ਡ ਵੇ ਨਾਲ ਉੱਥੇ ਬੈਠੇ ਹੋਣਗੇ ਤੇ ਪ੍ਰੋਫੈਸ਼ਨਲ ਐਟਮੋਸਫੇਅਰ ਵਿੱਚ ਉਹ ਮੈਨੂੰ ਫਿਰ ਸਪੋਰਟ ਸਰਵਿਸ ਦੇ ਰਹੇ ਹੋਣਗੇ, ਮੇਰੀ ਸਮੱਸਿਆ ਦਾ ਸਮਾਧਾਨ ਕਰ ਰਹੇ ਹੋਣਗੇ। ਅੱਛਾ, ਜਿਹੜੀ ਮੰਨ ਲਓ ਮੇਰੀ ਜਾਣਕਾਰੀ ਹੈਗੀ ਆ ਉਹਨੂੰ ਕੀ ਕਰ ਰਹੇ ਹੋਣਗੇ? ਸਿਕਿਉਰ ਤੇ ਕੌਨਫੀਡੈਂਸ਼ੀਅਲ ਰੱਖ ਰਹੇ ਹੋਣਗੇ। ਮੈਂ ਜੋ ਵੀ ਗੁੱਡਸ ਲੈ ਹੈਗੇ ਨੇ ਉਹਦੀ ਜਾਣਕਾਰੀ ਸਿਰਫ ਉਹਨਾਂ ਤੱਕ ਰਹਿੰਦੀ ਹੈਗੀ ਆ, ਉਹਨਾਂ ਨੂੰ ਆਪੇ ਅੱਗੇ ਨਹੀਂ ਪਹੁੰਚਾ ਰਹੇ ਹੁੰਦੇ, ਬੇਵਜ੍ਹਾ ਕਿਸੇ ਹੋਰ ਨੂੰ ਨਹੀਂ ਦੱਸ ਰਹੇ ਹੁੰਦੇ। ਉਹ ਬਿਲਕੁਲ ਸਿਕਿਉਰ ਤਰੀਕੇ ਨਾਲ ਤੁਹਾਡਾ ਡੇਟਾ ਜਿਹੜਾ ਰੱਖ ਰਹੇ ਹੁੰਦੇ ਆ। ਜਿਹੜੀ ਵੀ ਗੱਲਬਾਤ ਉਹਨਾਂ ਦੇ ਵਿਚਕਾਰ ਚੱਲ ਰਹੀ ਹੁੰਦੀ ਉਹ ਬੜੇ ਕੌਨਫੀਡੈਂਸ਼ੀਅਲ ਲੈਵਲ ਤੇ ਚੱਲ ਰਹੀ ਹੁੰਦੀ ਆ। ਤੇ ਜਿਹੜਾ ਸਾਡਾ ਆਫਿਸ ਹੈਗਾ ਆ ਉਹ ਕਿਸ ਤਰ੍ਹਾਂ ਦਾ ਹੋਏਗਾ? ਉਹ ਫਲੈਕਸੀਬਲ ਤੇ ਅਡੈਪਟੇਬਲ ਵੀ ਹੋਏਗਾ। ਕਿਉਂ? ਕਿਉਂਕਿ ਪਿਆਰੇ ਬੱਚਿਓ ਜਿਹੜਾ ਆਉਣ ਵਾਲਾ ਟਾਈਮ ਹੈਗਾ ਉਹ ਲਚਕਦਾਰ ਤੇ ਅਨੁਕੂਲ ਸੇਵਾਵਾਂ ਦਾ ਹੈਗਾ ਆ। ਉਹਦੇ ਵਿੱਚ ਅਸੀਂ ਮੰਨ ਕੇ ਚੱਲਾਂਗੇ ਪਹਿਚਾਨ ਹੋਏਗੀ ਕਿਹਦੀ? ਮਾਡਰਨ ਆਫਿਸ ਦੀ। ਵੈਸੇ ਤੇ ਪੁਰਾਣੇ ਆਫਿਸ ਵਿੱਚ ਵੀ ਆਪਾਂ ਮੰਨ ਕੇ ਚੱਲਦੇ ਹਾਂ, ਮਗਰ ਮਾਡਰਨ ਆਫਿਸ ਵਿੱਚ ਉਹਦਾ ਫਲੈਕਸੀਬਲ ਹੋਣਾ, ਅਡੈਪਟੇਬਲ ਹੋਣਾ ਉਹਦੀ ਪਹਿਚਾਨ ਹੋਏਗੀ। ਅਗਰ ਉਹ ਲਚਕਦਾਰ ਨਹੀਂ ਹੈਗਾ, ਉਹ ਅਨੁਕੂਲ ਨਹੀਂ ਹੈਗਾ ਤੇ ਸਮਝ ਲਓ ਫਿਰ ਉਹ ਮਾਡਰਨ ਆਫਿਸ ਨਹੀਂ ਹੈਗਾ। ਹਜੇ ਵੀ ਉੱਥੇ ਪੁਰਾਣੇ ਸਿਸਟਮ ਦੇ ਨਾਲ ਸ਼ਾਇਦ ਪ੍ਰੋਗਰਾਮ ਚੱਲ ਰਹੇ ਨੇ, ਕਾਰਜਕ੍ਰਮ ਚੱਲ ਰਹੇ ਹੈਗੇ ਨੇ, ਗਤੀਵਿਧੀਆਂ ਚੱਲ ਰਹੀਆਂ ਹੈਗੀਆਂ ਨੇ। ਤੇ ਇਹ ਇਹਦਾ ਖਾਸ ਚੀਜ਼ ਹੋਏਗੀ ਕਿ ਉਹ ਕਿਸ ਤਰ੍ਹਾਂ ਦਾ ਹੋਏਗਾ? ਉਹ ਉੱਥੇ ਇੱਕ ਮਾਡਰਨ ਲੁੱਕ ਦੇਣ ਲਈ ਉਹ ਫਲੈਕਸੀਬਲ ਹੋਏਗਾ। ਉੱਥੇ ਬੜੇ ਪ੍ਰਕਾਰ ਦੇ ਜਿਹੜੇ ਇੰਪਲੋਏ ਆ ਉਹ ਅਲੱਗ-ਅਲੱਗ ਕੰਮ ਕਰ ਰਹੇ ਹੋਣਗੇ, ਉੱਥੋਂ ਦੇ ਆਫਿਸ ਆਵਰ ਅਲੱਗ-ਅਲੱਗ ਹੋ ਸਕਦੇ ਹੈਗੇ ਨੇ। ਜਿਹੜਾ ਸਪੋਰਟ ਮਿਲਣਾ ਜ਼ਰੂਰੀ ਨਹੀਂ ਹੈਗਾ ਕਿ ਮੈਂ ਉੱਥੇ ਲੋਕਲ ਲੋਕੇਸ਼ਨ ਤੇ ਹੋਵਾਂਗਾ ਤਾਂ ਮੈਨੂੰ ਸਪੋਰਟ ਮਿਲ ਰਿਹਾ ਹੈਗਾ, ਉਹ ਮੈਨੂੰ ਕਿਤੇ ਵੀ ਮਿਲ ਸਕਦਾ ਹੈਗਾ ਆ। ਉਹ ਹੁਣ ਕਿਸ ਤਰ੍ਹਾਂ ਕਰ ਰਹੇ ਹੋਣਗੇ? ਟੈਕਨੋਲੋਜੀ ਦੀ ਮਦਦ ਨਾਲ। ਉਹਨਾਂ ਕੋਲ ਸਪੈਸ਼ਲਾਈਜ਼ਡ ਇਕਵਿਪਮੈਂਟ ਹੋਣਗੇ, ਇਸ ਤਰ੍ਹਾਂ ਦੇ ਉਪਕਰਨ ਲੱਗੇ ਹੋਣਗੇ ਜਿਹਦੀ ਮਦਦ ਨਾਲ ਉਹ ਮੈਨੂੰ ਇਹ ਸੇਵਾਵਾਂ ਦੇ ਰਹੇ ਹੋਣਗੇ। ਤੇ ਹੁਣ ਅਸੀਂ ਪੜ੍ਹ ਲਿਆ, ਜਦੋਂ ਆਪਾਂ ਕੁਐਸਚਨ ਦਾ ਆਨਸਰ ਵੀ ਕਰਨਾ ਨਾ, ਸਾਡੇ ਦਿਮਾਗ ਵਿੱਚ ਇਹ ਪੁਆਇੰਟ ਆਉਣੇ ਚਾਹੀਦੇ ਹੈਗੇ ਨੇ, ਉਹ ਇੱਕਦਮ ਸਮਝ ਆਉਣੇ ਚਾਹੀਦੇ ਵੀ ਕੇਂਦਰੀ ਸਥਾਨ ਹੋਏਗਾ, ਉਪਕਰਨ ਤੇ ਟੈਕਨੋਲੋਜੀ ਹੋਏਗੀ, ਸੰਗਠਿਤ ਤੇ ਢਾਂਚਾਗਤ ਹੋਏਗਾ, ਪੇਸ਼ੇਵਰ ਮਾਹੌਲ ਹੋਏਗਾ, ਸਹਾਇਤਾ ਸੇਵਾਵਾਂ ਉੱਥੋਂ ਮਿਲ ਰਹੀ ਹੋਣਗੀਆਂ, ਸੁਰੱਖਿਅਤ ਅਤੇ ਗੁਪਤ ਜਾਣਕਾਰੀ ਨੂੰ ਰੱਖਿਆ ਜਾ ਰਿਹਾ ਹੋਗਾ, ਲਚਕਦਾਰ ਤੇ ਅਨੁਕੂਲ ਹੋਏਗਾ। ਇਹ ਕੀ ਹੈਗੀਆਂ ਨੇ? ਲੱਛਣ ਜਾਂ ਵਿਸ਼ੇਸ਼ਤਾਵਾਂ ਹੈਗੀਆਂ ਨੇ ਸਾਡੇ ਆਫਿਸ ਦੀਆਂ। ਜਦੋਂ ਆਪਾਂ ਕਹਿ ਰਹੇ ਨੇ ਕਿ ਸਾਹਮਣੇ ਵਾਲੀ ਚੀਜ਼ ਆਫਿਸ ਹੈਗੀ ਆ ਤੇ ਮੰਨ ਕੇ ਚੱਲੋ ਕਿ ਉਹਨਾਂ ਵਿੱਚ ਇਹ ਵਾਲੇ ਪੁਆਇੰਟ ਹੋ ਸਕਦੇ ਨੇ ਜਾਂ ਹੋਣਗੇ। ਤੇ ਇਹ ਕੁਐਸਚਨ ਦਾ ਆਨਸਰ ਵੀ ਬਣਦਾ ਹੈਗਾ ਆ। ਤੇ ਜਦੋਂ ਆਪਾਂ ਕਨਸੈਪਟ ਨੂੰ ਸਮਝਣਾ ਉਦੋਂ ਵੀ ਸਾਡੇ ਟਿਪਸ ਤੇ ਪੁਆਇੰਟ ਆਉਣੇ ਚਾਹੀਦੇ ਹੈਗੇ ਨੇ। ਫਿਰ ਬੜਾ ਆਸਾਨ ਹੋ ਜਾਂਦਾ ਹੈਗਾ ਆ ਕਿਸੇ ਚੀਜ਼ ਨੂੰ ਵੀ ਸਮਝਣਾ, ਜੇ ਸਾਨੂੰ ਕੁਝ ਬੇਸਿਕ ਪੁਆਇੰਟਸ ਉਹਦੇ ਪਤਾ ਹੋਣ ਕਿ ਉਹ ਹੈ ਕੀ ਆ। ਤੇ ਜਿਹੜੇ ਬੱਚੇ ਹੁਣ ਅੱਜ ਰਿਵਾਈਜ਼ ਕਰ ਰਹੇ ਹੈਗੇ ਨੇ ਉਹਨਾਂ ਨੂੰ ਆ ਸਾਰੇ ਪੁਆਇੰਟ ਯਾਦ ਆ ਰਹੇ ਹੋਣਗੇ, ਜਦੋਂ ਆਪਾਂ ਕਿਉਂਕਿ ਪਿਛਲੇ ਚੈਪਟਰ 'ਚ ਆਪਾਂ ਪੜ੍ਹ ਚੁੱਕੇ ਹੈਗੇ ਆ ਤੇ ਹੁਣ ਇਹਨਾਂ ਨੂੰ ਰਿਵਾਈਜ਼ ਹੋ ਰਹੇ ਹੋਣਗੇ ਕਿ ਹਾਂ ਇਹ ਪੁਆਇੰਟ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹੈਗੇ ਆ, ਹੁਣ ਸਾਨੂੰ ਦੁਹਰਾਈ ਵਿੱਚ ਯਾਦ ਹੋ ਗਏ ਨੇ। ਤੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਉਹਨਾਂ ਵੀ ਅਸੀਂ ਆਸਾਨੀ ਨਾਲ ਇਹਨੂੰ ਕਲੀਅਰ ਕਰ ਲਵਾਂਗੇ। ਤੇ ਜੇ ਸਾਨੂੰ ਅੱਜ ਤੋਂ ਸਾਲ 2 ਸਾਲ ਬਾਅਦ ਕੋਈ ਇੰਟਰਵਿਊ ਵਿੱਚ ਆ ਸਵਾਲ ਪੁੱਛ ਰਿਹਾ ਹੋਏਗਾ ਤਾਂ ਵੀ ਆਪਾਂ ਬੜੇ ਆਰਾਮ ਦੇ ਨਾਲ ਇਹਨਾਂ ਨੂੰ ਜਵਾਬ ਦੇ ਰਹੇ ਹੋਵਾਂਗੇ। ਸਾਨੂੰ ਇਸ ਕਨਸੈਪਟ ਦੀ ਕਲੈਰਿਟੀ ਹੋਏਗੀ ਕਿ ਹਾਂ ਇਹ ਅਸੀਂ ਸਬਜੈਕਟ ਪੜ੍ਹ ਕੇ ਆਏ ਆ, ਇਸ ਕਨਸੈਪਟ ਨੂੰ ਅਸੀਂ ਪੜ੍ਹ ਕੇ ਆਏ ਆ, ਸਾਨੂੰ ਇਹਦੀ ਪੂਰੀ ਤਰ੍ਹਾਂ ਸਮਝ ਆ ਗਈ ਆ। ਹੁਣ ਪਿਆਰੇ ਬੱਚਿਓ, ਜਦੋਂ ਆਪਾਂ ਮਾਡਰਨ ਆਫਿਸ ਪੜ੍ਹਨਾ ਨਾ, ਦੇਖੋ 1 ਸਾਲ ਤੱਕ ਆ ਪੂਰਾ ਸਿਲੇਬਸ ਆਪਾਂ ਕਵਰ ਕਰਨਾ ਹੈਗਾ। ਇਹ ਜਿਹੜਾ ਸਾਡਾ ਟੌਪਿਕ ਚੱਲਣਗੇ, ਜਿਹੜਾ ਸਾਡਾ ਸਬਜੈਕਟ ਚੱਲੂਗਾ ਮਾਡਰਨ ਆਫਿਸ ਪ੍ਰੈਕਟਿਸ, ਇਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਇਹ ਤਾਂ ਸਮਝ ਹੋਵੇ ਕਿ ਵੀ ਟ੍ਰੈਡੀਸ਼ਨਲ ਆਫਿਸ ਕਿਹੜਾ ਹੁੰਦਾ ਸੀ।
ਮਾਡਰਨ ਤੇ ਤਾਂ ਆਪਾਂ ਤਾਂ ਸਮਝਾਂਗੇ ਨਾ, ਸਾਨੂੰ ਇੱਕ ਬੇਸਿਕ ਜੀ ਸਮਝ ਹੋਵੇ ਕਿ ਜਿਹੜਾ ਸਾਡਾ ਟ੍ਰੈਡੀਸ਼ਨਲ ਆਫਿਸ ਹੁੰਦਾ ਸੀ ਉਹ ਕਿਸ ਤਰ੍ਹਾਂ ਦਾ ਹੁੰਦਾ ਸੀ, ਉਹਦੇ ਵਿੱਚ ਕੀ ਕੀ ਹੁੰਦਾ ਸੀ। ਸਭ ਤੋਂ ਪਹਿਲਾਂ ਹੈਗਾ ਕਿ ਉਹ ਇੱਕ ਮੈਨੂਅਲ ਆਫਿਸ ਹੁੰਦਾ ਸੀ। ਉਹਦੇ ਵਿੱਚ ਜਿਹੜਾ ਇਨਵਾਇਰਨਮੈਂਟ ਹੁੰਦਾ ਹੋਊਗਾ ਉਹ ਕਿਸ ਤਰ੍ਹਾਂ ਦਾ ਹੁੰਦਾ ਹੋਊਗਾ, ਉਹਦੇ ਵਿੱਚ ਕੀ ਕੰਪਿਊਟਰ ਹੁੰਦੇ ਹੋਣਗੇ? ਨਹੀਂ, ਇੰਨੇ ਕੰਪਿਊਟਰ ਨਹੀਂ ਹੁੰਦੇ ਹੋਣਗੇ ਨਾ। ਉਦੋਂ ਐਡਵਾਂਸ ਟੈਕਨੋਲੋਜੀ ਹੁੰਦੀ ਹੋਏਗੀ? ਨਹੀਂ ਹੁੰਦੀ ਹੋਗੀ। ਆਹ ਕਦੋਂ ਦੀ ਗੱਲ ਹੈਗੀ ਆ? ਇਹਨਾਂ ਤੋਂ ਪਹਿਲਾਂ ਦੀ, ਜਦੋਂ ਵਾਈਡ ਸਪਰੈਡ ਯੂਜ਼ ਆਫ ਕੰਪਿਊਟਰ ਨਹੀਂ ਹੋਇਆ ਸੀ, ਵੱਖ-ਵੱਖ ਟੈਕਨੋਲੋਜੀ ਦਾ ਯੂਜ਼ ਨਹੀਂ ਹੋਇਆ ਸੀ, ਉਦੋਂ ਫਿਰ ਉਹਦੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੋਊਗਾ, ਕਿਸ ਤਰ੍ਹਾਂ ਦੀਆਂ ਚੀਜ਼ਾਂ ਉਦੋਂ ਹੁੰਦੀਆਂ ਹੋਣਗੀਆਂ। ਸੋਚਣ ਦੀ ਕੋਸ਼ਿਸ਼ ਕਰੋ, ਅੱਜ ਤੋਂ 20-30 ਸਾਲ ਪਹਿਲਾਂ ਜਿਹੜੇ ਸਾਡੇ ਆਫਿਸ ਹੁੰਦੇ ਹੋਣਗੇ, ਟ੍ਰੈਡੀਸ਼ਨਲ ਆਫਿਸ ਜਿਹਨੂੰ ਆਪਾਂ ਕਹਿ ਰਹੇ ਹਾਂ, ਉੱਥੇ ਕੀ ਹੁੰਦਾ ਹੋਏਗਾ? ਉੱਥੇ ਪ੍ਰਾਇਮਰੀ ਟੂਲਸ ਕੀ ਹੋਣਗੇ? ਪੇਪਰ ਹੋਏਗਾ, ਕਾਗਜ਼ ਤੇ ਕੁਝ ਲਿਖਦੇ ਹੋਣਗੇ, ਪੈਨ ਹੋਏਗਾ, ਤੇ ਜੇ ਤੁਸੀਂ ਵੇਖਿਓ ਹੁਣ ਮੈਨੂਅਲ ਟਾਈਪਰਾਈਟਰ ਵੀ ਹੋਣਗੇ। ਅੱਜ ਵੀ ਅਗਰ ਅਸੀਂ ਕਚਹਿਰੀਆਂ ਚਲੇ ਜਾਈਏ, ਕੋਰਟਸ ਵਿੱਚ ਜਾਈਏ ਨਾ, ਤੇ ਕਈ ਵਾਰ ਸਾਨੂੰ ਨਜ਼ਰ ਆ ਜਾਂਦੇ ਹੈਗੇ ਨੇ ਕੁਝ ਲੋਕਾਂ ਨੇ, ਕਿਉਂਕਿ ਪੁਰਾਣੇ ਲੋਕ ਹੈਗੇ ਸੀ, ਉਹਨਾਂ ਨੇ ਹਜੇ ਵੀ ਉਹਨਾਂ ਨੂੰ ਟਾਈਪਰਾਈਟਰ ਤੇ ਹੀ ਪ੍ਰੈਕਟਿਸ ਹੈਗੀ ਆ, ਉੱਤੇ ਟਾਈਪ ਕਰ ਰਹੇ ਹੁੰਦੇ ਨੇ। ਤੇ ਮੈਨੂਅਲ ਟਾਈਪਰਾਈਟਰ ਹੈਗੇ ਨੇ, ਹੁਣ ਤੇ ਕੰਪਿਊਟਰਾਈਜ਼ਡ ਆ ਗਏ ਨਾ, ਅਸੀਂ ਕੰਪਿਊਟਰ ਤੇ ਟਾਈਪ ਕਰ ਸਕਦੇ ਹਾਂ। ਪਰ ਹੁਣ ਸੁਵਿਧਾ ਕੀ ਹੈਗੀ, ਆਪਾਂ ਉਹਨੂੰ ਆਸਾਨੀ ਨਾਲ ਚੇਂਜ ਕਰ ਸਕਦੇ ਹਾਂ, ਉਹਨੂੰ ਸੇਵ ਕਰ ਸਕਦੇ ਹਾਂ। ਪੁਰਾਣੇ ਟਾਈਪਰਾਈਟਰ ਤੇ ਕੀ ਹੁੰਦਾ ਸੀ, ਮੰਨ ਲਓ ਮੈਂ ਕੋਈ ਚੀਜ਼ ਟਾਈਪ ਕਰ ਰਿਹਾ ਹੈਗਾ ਆ, ਉਹ ਟਾਈਪ ਕਰਨ ਤੋਂ ਬਾਅਦ ਅਗਰ ਉਹ 'ਚ ਇੱਕ ਵੀ ਗਲਤੀ ਹੋ ਜਾਂਦੀ ਆ ਤੇ ਉਹਨੂੰ ਸੁਧਾਰਨ ਦਾ ਕੋਈ ਤਰੀਕਾ ਨਹੀਂ ਹੈਗਾ, ਮੈਨੂੰ ਪੂਰਾ ਦਾ ਪੂਰਾ ਉਹ ਟਾਈਪ ਦੁਬਾਰਾ ਕਰਨਾ ਪੈਂਦਾ ਹੈਗਾ ਸੀ। ਅੱਛਾ, ਉਦੋਂ ਜਦੋਂ ਅਸੀਂ ਕਮਿਊਨੀਕੇਸ਼ਨ ਕਰਦੇ ਹੋਵਾਂਗੇ ਲੈਟਰਸ ਨਾਲ, ਮੀਮੋਸ ਨਾਲ, ਉਹ ਕਿਸ ਤਰ੍ਹਾਂ ਕਰਦੇ ਹੋਵਾਂਗੇ? ਅਸੀਂ ਲੈਟਰ ਲਿਖਦੇ ਹੋਵਾਂਗੇ, ਉਹ ਲੈਟਰ ਜਾ ਕੇ ਡਿਲੀਵਰ ਹੁੰਦੇ ਹੋਣਗੇ, ਤੇ ਕਿਸ ਤਰ੍ਹਾਂ ਡਿਲੀਵਰ ਹੁੰਦੇ ਹੋਣਗੇ? ਉਹ ਸਾਡਾ ਡਾਕ ਵਿਭਾਗ ਵੀ ਕਰਦਾ ਹੋਊਗਾ, ਜਾਂ ਫਿਰ ਬਾਈ ਹੈਂਡ ਵੀ, ਅਗਰ ਉਹ ਸਾਡੇ ਲੋਕਲ ਸ਼ਹਿਰ ਵਿੱਚ ਹੀ ਹੈਗਾ ਆ, ਤੇ ਇੱਕ ਆਫਿਸ ਤੋਂ ਦੂਰ ਦੂਸਰੇ ਆਫਿਸ ਤੱਕ ਇੱਕ ਪਰਸਨ ਜਾਂਦਾ ਹੁੰਦਾ ਸੀ, ਪਾਰਟਿਕੂਲਰਲੀ ਉਸ ਚੀਜ਼ ਨੂੰ ਲੈ ਕੇ, ਉਠਾ ਕੇ, ਤੇ ਉੱਥੋਂ ਤੱਕ ਜਾ ਕੇ ਪਹੁੰਚਾਉਂਦਾ ਹੁੰਦਾ ਸੀ ਕਿ ਲਓ ਜੀ ਮੈਂ ਤੁਹਾਡੇ ਵਾਸਤੇ ਡਾਕ ਲੈ ਕੇ ਆਇਆ, ਲੈਟਰ ਲੈ ਕੇ ਆਇਆ। ਤੇ ਇਸ ਤਰ੍ਹਾਂ ਜਿਹੜਾ ਜਾਣਕਾਰੀ ਦਾ ਆਦਾਨ ਪ੍ਰਦਾਨ ਹੁੰਦਾ ਹੈਗਾ ਸੀ, ਇੱਕ ਆਫਿਸ ਤੋਂ ਦੂਸਰੇ ਆਫਿਸ ਤੱਕ ਜਾਣਕਾਰੀ ਪਹੁੰਚਦੀ ਹੈਗੀ ਸੀ। ਜਿਹੋ ਜਿਹੀ ਗੱਲ ਇਹ 'ਚ ਟਾਈਮ ਲੱਗਦਾ ਹੈਗਾ ਸੀ, ਇਹਦੀਆਂ ਆਪਣੀਆਂ ਮੁਸ਼ਕਲਾਂ ਹੈਗੀਆਂ ਸੀ। ਤੇ ਹੁਣ ਜਦੋਂ ਆਪਾਂ ਨਵਾਂ ਆਫਿਸ ਨੂੰ ਸਮਝ ਰਹੇ ਹੈਗੇ ਆ, ਉਹਦੇ ਵਿੱਚ ਫਿਰ ਇਹ ਮੁਸ਼ਕਲਾਂ ਦਾ ਕੀ ਹੋਇਆ ਹੋਊਗਾ? ਹੱਲ ਹੋ ਗਿਆ ਹੋਊਗਾ, ਸਮਾਧਾਨ ਹੋ ਗਿਆ ਹੋਊਗਾ। ਇਹ ਜਿਹੜੀਆਂ ਮੁਸ਼ਕਲਾਂ ਆਪਾਂ ਜਿਹਨੂੰ ਸਮਝ ਰਹੇ ਹੈਗੇ ਆ, ਇਹ ਕਿਤੇ ਨਾ ਕਿਤੇ ਇਹਨਾਂ ਨੂੰ ਸੋਲਵ ਕਰ ਦਿੱਤਾ ਗਿਆ ਹੋਊਗਾ। ਤੇ ਉਹ ਜਿਹੜਾ ਆਫਿਸ ਹੈਗਾ ਆ, ਉਹਨੂੰ ਆਪਾਂ ਕੀ ਕਹਿ ਰਹੇ ਹਾਂ? ਮਾਡਰਨ, ਆਧੁਨਿਕ ਆਫਿਸ। ਤੇ ਆਧੁਨਿਕ ਆਫਿਸ ਦੀਆਂ ਗਤੀਵਿਧੀਆਂ ਆਪਾਂ ਪੜ੍ਹ ਰਹੇ ਹੈਗੇ ਆ ਨਾ, ਕਿ ਉਹ ਕਿਸ ਤਰ੍ਹਾਂ ਦੀਆਂ ਹੁੰਦੀਆਂ ਹੈਗੀਆਂ ਨੇ। ਉਹਦੇ ਵਿੱਚ ਆਪਾਂ ਆਧੁਨਿਕ ਦਫ਼ਤਰ ਦੀ ਕਾਰਜਵਿਧੀ ਜਿਹੜੀ ਹੈਗੀ ਆ, ਉਹ ਕਿਸ ਤਰ੍ਹਾਂ ਦੀ ਹੁੰਦੀ ਹੋਏਗੀ? ਮਾਡਰਨ ਆਫਿਸ ਜਿਹਨੂੰ ਆਪਾਂ ਕਹਿ ਰਹੇ ਹੈਗੇ ਆ, ਉਹਦੇ ਵਿੱਚ ਕਿਸ ਤਰ੍ਹਾਂ ਦੇ ਲੱਛਣ ਹੁੰਦੇ ਹੋਣਗੇ? ਕਰੈਕਟਰਾਈਜ਼ ਕਿਸ ਤਰ੍ਹਾਂ ਕੀਤਾ ਗਿਆ ਹੋਊਗਾ? ਐਡਵਾਂਸ ਟੈਕਨੋਲੋਜੀ, ਨਵੀਂ ਤੋਂ ਨਵੀਂ ਟੈਕਨੋਲੋਜੀ ਜਿਹੜੀ ਆ ਰੋਜ਼ਮर्रा ਵਿੱਚ ਉੱਥੇ ਇਸਤੇਮਾਲ ਹੁੰਦੀ ਹੋਊਗੀ। ਆਟੋਮੇਸ਼ਨ ਹੁੰਦਾ ਹੋਊਗਾ, ਜਿਹੜੀਆਂ ਚੀਜ਼ਾਂ ਹੈਗੀਆਂ ਨੇ ਆਟੋਮੈਟਿਕਲੀ ਨਾ ਹੁੰਦੀਆਂ ਹੋਊਗੀਆਂ। ਹੁਣ ਮੈਂ ਕਿਹਾ ਨਾ ਕਿ ਲੈਟਰ ਇੱਕ ਬੰਦਾ ਲਿਖ ਰਿਹਾ ਆ, ਦੂਸਰਾ ਬੰਦਾ ਉਹਨੂੰ ਲੈ ਕੇ ਜਾ ਰਿਹਾ ਹੈਗਾ ਆ, ਫਿਰ ਉਹ ਦੂਸਰੇ ਆਫਿਸ ਵਿੱਚ ਪਹੁੰਚ ਰਿਹਾ ਹੈਗਾ ਆ, ਕੋਈ ਉਹਨੂੰ ਰਿਸੀਵ ਕਰ ਰਿਹਾ ਹੈਗਾ ਆ, ਫਿਰ ਜਾ ਕੇ ਉੱਤੇ ਜਾਣਕਾਰੀ ਦਾ ਆਦਾਨ ਪ੍ਰਦਾਨ ਹੋ ਰਿਹਾ। ਹੁਣ ਉਹ ਆਟੋਮੇਸ਼ਨ ਨਾਲ ਹੋ ਰਿਹਾ ਆ, ਜਾਣਕਾਰੀ ਬਹੁਤ ਤੇਜ਼ੀ ਦੇ ਨਾਲ ਆਟੋਮੈਟਿਕ ਵੇ ਨਾਲ ਪਹੁੰਚ ਰਹੀ ਹੋਏਗੀ। ਹੋਰ ਕੀ ਹੋਏਗਾ? ਐਫੀਸ਼ੀਐਂਟ ਵਰਕ ਪ੍ਰੋਸੈਸ ਹੋਣਗੇ। ਜਿਹੜੇ ਸਾਡਾ ਮਾਡਰਨ ਆਫਿਸ ਹੈਗਾ, ਉਹਦਾ ਜਿਹੜਾ ਵਰਕ ਪ੍ਰੋਸੈਸ ਹੈਗਾ ਆ, ਉਹਦੇ ਵਿੱਚ ਜਿਹੜਾ ਟਾਈਮ ਹੈਗਾ ਆ, ਉਹ ਬਹੁਤ ਘਟ ਗਿਆ ਹੈਗਾ ਹੈ। ਹੁਣ ਇਹ ਟਾਈਮ ਘਟਿਆ ਕਿਸ ਤਰ੍ਹਾਂ ਹੋਏਗਾ ਪਿਆਰੇ ਬੱਚਿਓ? ਕੀ ਯੂਜ਼ ਕਰਦੇ ਹੋਣਗੇ? ਉਹ ਟੈਕਨੋਲੋਜੀ। ਤੇ ਟੈਕਨੋਲੋਜੀ 'ਚ ਵੀ ਖਾਸ ਕਰਕੇ ਆਈਟੀ ਰਿਲੇਟਡ ਟੈਕਨੋਲੋਜੀ, ਜਿਹਦੇ ਵਿੱਚ ਆਪਾਂ ਕੀ ਕੀ ਯੂਜ਼ ਕਰ ਸਕਦੇ ਹਾਂ? ਕੰਪਿਊਟਰ, ਇੰਟਰਨੈਟ ਤੇ ਹੋਰ ਡਿਜੀਟਲ ਟੂਲਸ ਜਿਹੜੇ ਇਸਤੇਮਾਲ ਆਪਾਂ ਕਰਦੇ ਹੋਵਾਂਗੇ। ਇਹਦੇ ਨਾਲ ਹੁੰਦਾ ਕੀ ਹੋਊਗਾ? ਕਨੈਕਟੀਵਿਟੀ, ਪ੍ਰੋਡਕਟਿਵਿਟੀ ਬਹੁਤ ਵੱਧਦੀ ਹੈਗੀ ਆ। ਉਹ ਇਨਵਾਇਰਨਮੈਂਟ ਇਸ ਤਰ੍ਹਾਂ ਦਾ ਪੈਦਾ ਹੋ ਜਾਂਦਾ ਆ, ਜਿਹਦੇ ਵਿੱਚ ਅਸੀਂ ਹਾਈਲੀ ਕਨੈਕਟਡ ਹੁੰਦੇ ਇੱਕ ਦੂਸਰੇ ਨਾਲ। ਜਿਸ ਤਰ੍ਹਾਂ ਇੱਕ ਆਫਿਸ ਤੋਂ ਦੂਸਰੇ ਆਫਿਸ ਜਾਣਕਾਰੀ ਦੇਣੀ ਆ, ਉਹ ਇੱਕ ਕਲਿੱਕ ਅਵੇ ਹੁੰਦੀ ਆ। ਮੈਂ ਈਮੇਲ ਲਿਖੀ ਕੰਪਿਊਟਰ ਤੇ, ਕਲਿੱਕ ਕੀਤਾ, ਕੋਈ ਪੇਜ ਤੇ ਨਹੀਂ ਲਿਖ ਰਿਹਾ, ਉਹ ਦੂਸਰੇ ਆਫਿਸ ਪਹੁੰਚ ਗਈ। 1 ਮਿੰਟ 'ਚ ਉੱਥੇ ਉਹਨਾਂ ਨੇ ਵੇਖਿਆ, ਮੈਨੂੰ ਜਵਾਬ ਦੇ ਦਿੱਤਾ, ਦੂਸਰੇ ਮਿੰਟ ਮੈਨੂੰ ਜਵਾਬ ਵੀ ਮਿਲ ਚੁੱਕਿਆ ਹੈਗਾ, ਤੇ ਮੈਂ ਆਪਣਾ ਕੰਮ ਸ਼ੁਰੂ ਕਰ ਦਿੱਤਾ। ਇਹਦਾ ਕੀ ਹੋਊਗਾ? ਪ੍ਰੋਡਕਟਿਵਿਟੀ ਵੱਧ ਰਹੀ ਹੋਏਗੀ। ਆਪਾਂ ਸਾਡਾ ਕਨੈਕਸ਼ਨ ਜਿਹੜਾ ਕਮਿਊਨੀਕੇਸ਼ਨ ਦਾ, ਉਹ ਵੀ ਵਧਿਆ ਹੋਏਗਾ। ਤੇ ਜਾਨੀ ਆਉਣ ਵਾਲੇ ਜਿਹੜੇ ਆਫਿਸ ਹੈਗੇ ਨੇ, ਜਿਨ੍ਹਾਂ ਨੂੰ ਮਾਡਰਨ ਆਫਿਸ ਕਹਿ ਰਹੇ ਆ, ਆਧੁਨਿਕ ਆਫਿਸ ਜਿਹਨਾਂ ਨੂੰ ਕਹਿ ਰਹੇ ਆ, ਦਫ਼ਤਰ ਕਹਿ ਰਹੇ ਹੈਗੇ ਆ, ਇਹਨਾਂ ਦੀ ਜਿਹੜੀ ਕਾਰਜਵਿਧੀ ਹੈਗੀ ਆ, ਉਹਦੇ ਵਿੱਚ ਕੀ ਹੁੰਦਾ ਹੋਏਗਾ? ਉਹਦੇ ਵਿੱਚ ਟੈਕਨੋਲੋਜੀ ਦਾ ਯੂਜ਼ ਹੁੰਦਾ ਹੋਏਗਾ, ਉਹਦੇ ਵਿੱਚ ਆਟੋਮੇਸ਼ਨ ਹੁੰਦੀ ਹੋਏਗੀ, ਆਟੋਮੈਟਿਕ ਵੇ ਨਾਲ ਚੀਜ਼ਾਂ ਚੱਲਦੀਆਂ ਹੋਣਗੀਆਂ। ਤੇ ਇਹਦਾ ਹੁੰਦਾ ਕੀ ਹੋਏਗਾ? ਐਫੀਸ਼ੀਐਂਟ ਵਰਕ ਪ੍ਰੋਸੈਸ, ਜਿਹੜੀ ਸਾਡੇ ਕੁਸ਼ਲਤਾ ਹੈ ਕਾਰਜ ਦੀ, ਉਹ ਬਹੁਤ ਜ਼ਿਆਦਾ ਵਧੀ ਹੋਈ ਹੋਏਗੀ। ਤਾਂ ਹੀ ਮੈਂ ਜਿਸ ਤਰ੍ਹਾਂ ਹੁਣੇ ਇੱਕ ਐਗਜ਼ਾਮਪਲ ਬਾਰ-ਬਾਰ ਰਿਪੀਟ ਕਰਾਂ ਕਿ ਅਗਰ ਇੱਕ ਵਿਅਕਤੀ ਦੂਸਰੇ ਆਫਿਸ ਤੱਕ ਪਹੁੰਚਾਉਣ ਲਈ ਇੱਕ ਡਾਕ ਨੂੰ ਲੈ ਕੇ ਜਾ ਰਿਹਾ, ਤੇ ਫਿਜ਼ੀਕਲੀ ਹੋ ਸਕਦਾ ਉਹਨੂੰ ਲੋਕਲ ਆਫਿਸ ਪਹੁੰਚਾਉਣ ਲੱਗਿਆ ਵੀ ਅੱਧਾ ਘੰਟਾ 1 ਘੰਟਾ ਲੱਗਦਾ ਹੋਏਗਾ। ਜੇ ਉਹ ਮੇਲ ਰਾਹੀਂ ਦੂਸਰੇ ਜ਼ਿਲ੍ਹੇ ਵਿੱਚ ਜਾਂ ਦੂਸਰੇ ਸ਼ਹਿਰ ਵਿੱਚ ਜਾਂਦਾ ਹੋਏਗਾ, ਤਾਂ ਹੋ ਸਕਦਾ ਕਈ ਦਿਨ ਲੱਗਦੇ ਹੋਣਗੇ। ਤੇ ਜਿਹੜੀ ਚੀਜ਼ ਹੁਣ ਕਿਸ ਤਰ੍ਹਾਂ ਹੋ ਗਈ ਆ? ਬਹੁਤ ਹੀ ਫਾਸਟ ਹੋ ਗਈ ਆ, ਬੜੀ ਤੇਜ਼ੀ ਦੇ ਨਾਲ ਹੋ ਗਈ ਆ। ਤੇ ਇਹ ਕਿਤਨੇ ਸੰਭਵ ਕੀਤਾ? ਇਹ ਸਾਡੇ ਮਾਡਰਨ
ਆਫਿਸ ਨੇ ਸੰਭਵ ਕੀਤਾ। ਹੁਣ ਜਦੋਂ ਆਫਿਸ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਆਪਾਂ ਮੰਨ ਕੇ ਚੱਲਾਂਗੇ ਆਪਾਂ ਮਾਡਰਨ ਆਫਿਸ ਦੀ ਗੱਲ ਕਰ ਰਹੇ ਹੋਵਾਂਗੇ। ਇਹ ਫਿਰ ਕਿਸ ਤਰ੍ਹਾਂ ਦਾ ਹੋਊਗਾ? ਇਹ ਇਨਫੋਰਮੇਸ਼ਨ ਸੈਂਟਰ ਦੀ ਤਰ੍ਹਾਂ ਐਕਟ ਕਰ ਰਿਹਾ ਹੋਊਗਾ। ਇਹ ਜਿਹੜਾ ਸਾਡਾ ਆਫਿਸ ਹੈਗਾ ਨਾ, ਇਹ ਸੂਚਨਾ ਦਾ ਕੇਂਦਰ ਵਜੋਂ ਦਫ਼ਤਰ ਹੋਏਗਾ ਸਾਡਾ, ਕਿ ਉੱਥੇ ਸਾਨੂੰ ਸੂਚਨਾਵਾਂ ਮਿਲਦੀਆਂ ਹੋਣਗੀਆਂ। ਕੋਈ ਵੀ ਵਿਅਕਤੀ ਉਸ ਆਰਗੇਨਾਈਜੇਸ਼ਨ ਦਾ ਅਗਰ ਸੂਚਨਾ ਪ੍ਰਾਪਤ ਕਰਨਾ ਚਾਹੁੰਦਾ ਹੈਗਾ ਆ, ਕਿਸੇ ਪ੍ਰੋਡਕਟ ਬਾਰੇ, ਕਿਸੇ ਗੁੱਡਸ ਬਾਰੇ, ਕਿਸੇ ਵਿਅਕਤੀ ਬਾਰੇ, ਕਿਸੇ ਪ੍ਰੋਗਰਾਮ ਬਾਰੇ, ਤੇ ਉਹਨੂੰ ਕਿੱਥੋਂ ਮਿਲਦੀ ਹੋਏਗੀ? ਉਹ ਆਫਿਸ ਤੋਂ ਮਿਲਦੀ ਹੋਏਗੀ ਨਾ। ਜਿਸ ਤਰ੍ਹਾਂ ਸਕੂਲ ਦੇ ਬੱਚਿਆਂ ਨੇ ਵੀ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤੇ ਕਿੱਥੋਂ ਪ੍ਰਾਪਤ ਕਰਦੇ ਨੇ? ਸਕੂਲ ਦੇ ਆਫਿਸ ਚਲੇ ਜਾਂਦੇ ਹੈਗੇ ਨੇ। ਉਸੇ ਤਰ੍ਹਾਂ ਉਹ ਇੱਕ ਇਨਫੋਰਮੇਸ਼ਨ ਸੈਂਟਰ ਦੀ ਤਰ੍ਹਾਂ ਐਕਟ ਕਰੇਗਾ ਸਾਡਾ ਜਿਹੜਾ ਆਫਿਸ ਹੈਗਾ ਆ। ਤੁਸੀਂ ਮੰਨ ਕੇ ਚੱਲੋ ਕਿ ਜਿਹੜਾ ਤੁਹਾਡਾ ਆਫਿਸ ਹੈਗਾ ਆ, ਉਹ ਕਾਹਦਾ ਕੇਂਦਰ ਹੈਗਾ ਆ? ਉਹ ਸੂਚਨਾ ਦਾ ਕੇਂਦਰ ਹੈਗਾ ਆ। ਉਹ ਚੈਨਲ ਆਫ ਕਮਿਊਨੀਕੇਸ਼ਨ ਹੈਗਾ। ਜਿਹੜੀ ਸਾਡੀ ਗੱਲਬਾਤ ਹੁੰਦੀ ਹੋਏਗੀ, ਸਾਰੀ ਵਾਰਤਾਲਾਪ ਹੁੰਦੀ ਹੋਏਗੀ, ਉਹ ਕਿੱਥੋਂ ਐਗਜ਼ੀਕਿਊਟ ਹੁੰਦੀ ਹੋਏਗੀ? ਉਹ ਸਾਡੇ ਉਸ ਸੈਂਟਰਲਾਈਜ਼ ਲੋਕੇਸ਼ਨ ਤੋਂ ਹੁੰਦੀ ਹੋਏਗੀ ਜਿਹਨੂੰ ਆਪਾਂ ਆਫਿਸ ਕਹਿ ਰਹੇ ਹਾਂ। ਇੱਥੇ ਕੀ ਹੁੰਦਾ ਹੋਏਗਾ? ਚੈਨਲ ਆਫ ਕਮਿਊਨੀਕੇਸ਼ਨ ਹੁੰਦਾ ਹੋਏਗਾ। ਸਾਰੀ ਜਾਣਕਾਰੀ ਦਾ ਆਦਾਨ ਪ੍ਰਦਾਨ ਇੱਥੋਂ ਹੁੰਦਾ ਹੋਏਗਾ। ਇੱਕ ਬੇਸਿਕ ਹੱਬ ਹੋਏਗਾ ਜਿੱਥੋਂ ਸਾਰੀ ਜਾਣਕਾਰੀ ਬਾਕੀ ਨੂੰ ਡਿਸੈਮੀਨੇਟ ਕੀਤੀ ਜਾਂਦੀ ਹੋਏਗੀ, ਫੈਲਾਈ ਜਾਂਦੀ ਹੋਏਗੀ। ਅੱਛਾ, ਇੱਥੋਂ ਕੋਆਰਡੀਨੇਸ਼ਨ ਮਿਲਦੀ ਹੋਏਗੀ। ਸਾਰੀ ਦੀ ਸਾਰੀ ਕੋਆਰਡੀਨੇਸ਼ਨ ਦੀ ਸਥਾਪਨਾ ਕਿੱਥੋਂ ਕੀਤੀ ਜਾਂਦੀ ਹੋਏਗੀ? ਇਹ ਆਫਿਸ ਤੋਂ ਕੀਤੀ ਜਾਂਦੀ ਹੋਏਗੀ। ਮੈਨੇਜਰੀਅਲ ਕੰਟਰੋਲ ਕਿੱਥੋਂ ਸਥਾਪਿਤ ਕੀਤੇ ਜਾਂਦੇ ਹੋਣਗੇ? ਉਹ ਵੀ ਆਫਿਸ ਤੋਂ ਕੀਤੇ ਜਾਂਦੇ ਹੋਣਗੇ। ਜਿਹੜਾ ਨਿਯੰਤਰਣ ਤੇ ਤਾਲਮੇਲ ਹੈਗਾ ਆ, ਇਹ ਕਿੱਥੋਂ ਹੋ ਰਿਹਾ? ਆਪਾਂ ਸਮਝ ਰਹੇ ਹਾਂ, ਇਹ ਸਾਡੇ ਆਫਿਸ ਤੋਂ ਹੋ ਰਿਹਾ ਹੈਗਾ ਆ। ਆਫਿਸ ਤੋਂ ਹੀ ਸਾਡੀ ਕੋਆਰਡੀਨੇਸ਼ਨ, ਆਫਿਸ ਤੋਂ ਹੀ ਮੈਨੇਜਰੀਅਲ ਕੰਟਰੋਲ ਸਾਡੇ ਸਥਾਪਿਤ ਹੋ ਰਹੇ ਹੈਗੇ ਨੇ। ਅੱਛਾ, ਵਰਕਰ ਵਾਸਤੇ ਬੜੀ ਇੰਪੋਰਟੈਂਸ ਹੈਗੀ ਆ। ਅਗਰ ਇੱਕ ਵਰਕਰ ਨੂੰ ਕੋਈ ਮੁਸ਼ਕਲ ਆ ਰਹੀ ਹੈਗੀ ਆ, ਉਹ ਆਪਣੀ ਮੁਸ਼ਕਲ ਨੂੰ ਵਿਅਕਤ ਕਰਨਾ ਚਾਹੁੰਦਾ ਹੈਗਾ ਆ, ਤੇ ਉਹ ਕਿੱਥੇ ਆਵੇ? ਉਹ ਉਸ ਆਰਗੇਨਾਈਜੇਸ਼ਨ ਦੇ ਆਫਿਸ ਚ ਆਵੇ। ਆਫਿਸ ਚ ਆਵੇ, ਆਪਣੀ ਮੁਸ਼ਕਲ ਦੱਸੇ, ਤੇ ਉਹ ਮੁਸ਼ਕਲ ਸਹੀ ਸਥਾਨ ਤੱਕ ਪਹੁੰਚੇਗੀ ਤੇ ਉਹਦਾ ਸਮਾਧਾਨ ਵੀ ਉਹਦੇ ਤੱਕ ਪਹੁੰਚ ਜਾਏਗਾ। ਵਰਕਰ ਵਾਸਤੇ ਜੋ ਵੀ ਨਵੇਂ ਇਵੈਂਟ ਆ ਰਹੇ ਨੇ, ਕਿਹੜੀ ਚੀਜ਼ ਕਿਸ ਤਰ੍ਹਾਂ ਪ੍ਰਸਤੁਤ ਕਰਨੀ ਆ, ਕਿਹੜਾ ਪ੍ਰੋਗਰਾਮ ਕਦੋਂ ਬਣ ਰਿਹਾ ਹੈਗਾ, ਕਦੋਂ ਐਗਜ਼ੀਕਿਊਟ ਹੋ ਰਿਹਾ ਆ, ਉਹ ਕਿੱਥੋਂ ਪਤਾ ਚੱਲ ਰਿਹਾ ਹੋਏਗਾ? ਉਹ ਸਾਡੇ ਆਫਿਸ ਤੋਂ ਹੀ ਪਤਾ ਚੱਲ ਰਿਹਾ ਹੋਏਗਾ ਨਾ। और शेयर होल्डर ਤੇ ਕ੍ਰੈਡੀਟਰ। ਦੇਖੋ, ਅਗਰ ਮੰਨ ਲਓ ਮੈਂ ਕਿਸੇ ਕੰਪਨੀ ਦਾ ਸ਼ੇਅਰ ਹੋਲਡਰ ਹੈਗਾ, ਮੈਂ ਚਾਹੁੰਦਾ ਕਿ ਉਹ ਕੰਪਨੀ ਕਿਸ ਤਰ੍ਹਾਂ ਕੰਮ ਕਰ ਰਹੀ ਹੈਗੀ ਆ, ਉਹ ਸਾਰੀ ਜਾਣਕਾਰੀ ਮੈਂ ਉਸ ਆਰਗੇਨਾਈਜੇਸ਼ਨ ਬਾਰੇ ਪ੍ਰਾਪਤ ਕਰਨਾ ਚਾਹੁੰਦਾ, ਤੇ ਕਿੱਥੋਂ ਕਰਾਂ? ਉਹਨਾਂ ਦੇ ਆਫਿਸ ਤੋਂ ਕਰਾਂ। ਅਗਰ ਮੈਂ ਉਹਨਾਂ ਦੇ ਆਫਿਸ ਚਲਾ ਜਾਵਾਂ ਤੇ ਮੈਨੂੰ ਉੱਥੋਂ ਸਾਰੀ ਜਾਣਕਾਰੀ ਮਿਲ ਜਾਂਦੀ ਹੈਗੀ ਆ ਕਿ ਇਸ ਜਗ੍ਹਾ ਤੇ ਇਹ ਕੰਮ ਹੋ ਰਿਹਾ ਹੈਗਾ ਆ, ਤੇ ਮੇਰੇ ਲਈ ਬੜਾ ਆਸਾਨ ਹੋ ਜਾਂਦਾ ਹੈਗਾ ਆ ਕਿ ਮੈਂ ਉਹ ਜਾਣਕਾਰੀ ਨੂੰ ਪ੍ਰਾਪਤ ਕਰ ਲਾਂ। ਤੇ ਸ਼ੇਅਰ ਹੋਲਡਰ ਵਾਸਤੇ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਉਹਨਾਂ ਨੂੰ ਪਤਾ ਹੋਵੇ ਕਿ ਉਹਨਾਂ ਦਾ ਆਫਿਸ ਕਿੱਥੇ, ਉਸ ਆਰਗੇਨਾਈਜੇਸ਼ਨ ਜਿੱਥੋਂ ਦੇ ਉਹਨਾਂ ਨੇ ਸ਼ੇਅਰ ਖਰੀਦੇ ਹੋਏ ਨੇ ਜਾਂ ਜਿਨ੍ਹਾਂ ਨੂੰ ਉਹਨਾਂ ਨੇ ਉਧਾਰ ਦਿੱਤਾ ਹੋਇਆ, ਉਹਨਾਂ ਦਾ ਕੋਈ ਸੈਂਟਰਲਾਈਜ਼ ਆਫਿਸ ਤਾਂ ਹੋਣਾ ਚਾਹੀਦਾ ਨਾ, ਜਿੱਥੇ ਆਪਾਂ ਮਿਲ ਸਕੀਏ, ਜਿੱਥੋਂ ਆਪਾਂ ਉਹਨਾਂ ਦੀ ਜਾਣਕਾਰੀ ਪ੍ਰਾਪਤ ਕਰ ਸਕੀਏ ਕਿ ਕੰਪਨੀ ਕਿਸ ਤਰ੍ਹਾਂ ਚੱਲ ਰਹੀ ਹੈਗੀ, ਇਹਦੇ ਵਿੱਚ ਕਿਹੜੇ ਕਿਹੜੇ ਵਾਧੇ ਹੋ ਰਹੇ ਹੈਗੇ ਨੇ। ਅੱਛਾ, ਜਿੰਨੇ ਕਸਟਮਰ ਹੈਗੇ ਨੇ ਉਹਨਾਂ ਦੇ ਰਿਲੇਸ਼ਨ ਬਣਾਉਣ ਲਈ ਵੀ ਸਾਨੂੰ ਇੱਕ ਆਫਿਸ ਚਾਹੀਦਾ ਹੈਗਾ ਨਾ, ਫਰੰਟ ਡੈਸਕ ਚਾਹੀਦਾ, ਜਿੱਥੇ ਉਹ ਕਸਟਮਰ ਆ ਕੇ ਮਿਲ ਸਕਣ। ਜੇ ਉਹਨਾਂ ਨੂੰ ਕੋਈ ਮੁਸ਼ਕਲ ਆ ਰਹੀ ਹੈਗੀ, ਉਹਦਾ ਸਮਾਧਾਨ ਕਿੱਥੋਂ ਹੋਏਗਾ? ਉਸ ਫਰੰਟ ਡੈਸਕ ਤੋਂ ਹੋ ਸਕੇ। ਫਿਰ ਆਫਿਸ ਇੰਟੀਮੀਡੀਏਟਰੀ, ਇੱਕ ਵਿਚਕਾਰ ਜਿਹਨੂੰ ਕਹਿੰਦੇ ਆ ਨਾ ਕਿ ਵਿਚੋਲੇ ਦੇ ਰੂਪ ਵਿੱਚ ਕੰਮ ਕਰਦਾ ਹੈਗਾ ਆ। ਕੋਈ ਵਰਕਰ ਨੂੰ ਇਸ਼ੂ ਆ ਰਿਹਾ ਆ ਤੇ ਉਹਦੀ ਜਾਣਕਾਰੀ ਬੌਸ ਤੱਕ ਕਿਸ ਤਰ੍ਹਾਂ ਪਹੁੰਚੇਗੀ? ਅਗਰ ਕਿਸੇ ਕਸਟਮਰ ਨੂੰ ਪ੍ਰੋਬਲਮ ਆ ਰਹੀ ਹੈ, ਉਹਦੀ ਜਾਣਕਾਰੀ ਬੈਕ ਐਂਡ ਤੱਕ ਕਿਸ ਤਰ੍ਹਾਂ ਪਹੁੰਚੇਗੀ? ਇਹ ਆਫਿਸ ਪਹੁੰਚਾ ਰਿਹਾ ਹੋਏਗਾ। ਸਾਰਾ ਰਿਕਾਰਡ ਕਿੱਥੇ ਆਪਾਂ ਰੱਖ ਰਹੇ ਹੈਗੇ, ਉਹ ਕਿਹੜੀ ਜਗ੍ਹਾ ਹੈ? ਉਹ ਵੀ ਤਾਂ ਆਫਿਸ ਹੈ ਨਾ ਸਾਡਾ। ਉਹ ਸਟੋਰ ਹਾਊਸ ਆਫ ਰਿਕਾਰਡ ਹੈਗਾ ਆ। ਸਾਰੀ ਜਾਣਕਾਰੀ ਜੋ ਜੋ ਅਸੀਂ ਗੁੱਡ ਸਰਵਿਸ ਦੇ ਰਹੇ ਆ, ਕਿੰਨੇ ਦਾ ਬਣ ਰਿਹਾ ਹੈਗਾ ਆ, ਇੰਪਲੋਇਜ਼ ਦੀ ਸਾਰੀ ਜਾਣਕਾਰੀ, ਕਸਟਮਰ ਦੀ ਜਾਣਕਾਰੀ, ਉਹ ਸਾਰੀ ਸ਼ੇਅਰ ਹੋਲਡਰਸ ਦੀ ਜਾਣਕਾਰੀ, ਉਹ ਸਾਰੀ ਜਾਣਕਾਰੀ ਕਿੱਥੇ ਹੈਗੀ ਆ? ਉਸ ਆਫਿਸ ਚ ਹੈਗੀ ਆ। ਆਫਿਸ ਦਾ ਇੱਕ ਹੋਰ ਮੂਲ ਮੰਤਰ ਵੀ ਹੈਗਾ ਆ, ਕਾਸਟ ਰਿਡਕਸ਼ਨ ਕਰਨਾ। ਵੇਖੋ, ਹਰ ਇੱਕ ਜਿਹੜਾ ਵੀ ਆਫਿਸ ਹੁੰਦਾ ਆ, ਉਹ ਲਾਗਤ ਵਿੱਚ ਕਮੀ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈਗਾ, ਕਿਉਂਕਿ ਚੰਗਾ ਬਿਜ਼ਨਸ ਤਾਂ ਹੀ ਵੱਧ ਸਕਦਾ ਜਦੋਂ ਆਪਾਂ ਕਾਸਟ ਰਿਡਕਸ਼ਨ ਕਰਦੇ ਰਹੀਏ, ਤਾਂ ਕਿ ਸਾਡੇ ਪ੍ਰੋਡਕਟ ਦੀ ਕੀਮਤ ਜਿਹੜੀ ਆ ਉਹ ਕੰਪੀਟੀਟਿਵ ਰੇਟਸ ਤੇ ਅਵੇਲੇਬਲ ਹੁੰਦੀ ਰਹੇ, ਤਾਂ ਕਿ ਅਸੀਂ ਮਾਰਕੀਟ ਵਿੱਚ ਗਰੋ ਕਰ ਸਕੀਏ, ਆਪਣੇ ਬਿਜ਼ਨਸ ਨੂੰ ਵਧਾ ਸਕੀਏ। ਫਿਰ ਆਫਿਸ ਕੀ ਹੋਗਾ? ਐਡਮਿਨਿਸਟ੍ਰੇਟਿਵ ਨਰਵ ਸੈਂਟਰ ਵੀ ਹੋਏਗਾ। ਸਾਰਾ ਦਾ ਸਾਰਾ ਜਿਹੜਾ ਪ੍ਰਬੰਧਕੀ ਇਹ ਭਾਰ ਹੈਗਾ ਆ, ਉਹ ਕਿੱਥੋਂ ਹੁੰਦਾ ਹੋਊਗਾ? ਉਸ ਆਫਿਸ ਤੋਂ ਹੀ ਚੱਲਦਾ ਹੋਏਗਾ ਨਾ। ਉਹ ਇੱਕ ਨਰਵ ਸਿਸਟਮ ਦੀ ਤਰ੍ਹਾਂ ਕੰਮ ਕਰਦਾ ਹੋਏਗਾ ਕਿ ਉੱਥੋਂ ਸਾਰੇ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹੈਗੇ ਨੇ। ਫਿਰ ਉਹ ਕਮਿਊਨੀਕੇਸ਼ਨ, ਕੋਆਰਡੀਨੇਸ਼ਨ, ਮੈਨੇਜਰੀਅਲ ਕੰਟਰੋਲ, ਆ ਸਾਰੀਆਂ ਚੀਜ਼ਾਂ ਉੱਥੋਂ ਸਥਾਪਿਤ ਹੁੰਦੀਆਂ ਹੋਣਗੀਆਂ। ਤੇ ਅਸੀਂ ਹੁਣ ਬਾਰ-ਬਾਰ ਜਦੋਂ ਆ ਕੁਐਸਚਨ ਕਰ ਰਹੇ ਹੈਗੇ ਆ, ਤੇ ਸਾਨੂੰ ਇੱਕ ਬੇਸਿਕ ਸਮਝ ਪੈਦਾ ਹੋ ਰਹੀ ਆ ਕਿ ਆਫਿਸ ਕੀ ਰੋਲ ਅਦਾ ਕਰਦਾ ਹੈ।
ਆਧੁਨਿਕ ਆਫਿਸ ਵਿੱਚ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਤੇ ਇਹ ਸਾਡੇ ਕੀਤੇ ਵੀ ਹੈਗੇ ਨੇ ਕਿ ਆਹ ਕੰਮ ਸਾਨੂੰ ਮਿਲ ਸਕਦੇ ਨੇ ਜਦੋਂ ਅਸੀਂ ਆਫਿਸ ਜਾਈਏ। ਕੋਈ ਮੈਨੇਜਰੀਅਲ ਕੰਟਰੋਲ ਕਰ ਰਿਹਾ ਹੋਏਗਾ, ਕੋਈ ਕਮਿਊਨੀਕੇਸ਼ਨ ਚੈਨਲ ਵਿੱਚ ਹੋਏਗਾ, ਕੋਈ ਇਨਫੋਰਮੇਸ਼ਨ ਨੂੰ ਸਟੋਰ ਕਰ ਰਿਹਾ ਹੋਏਗਾ, ਕੋਈ ਡਿਸੈਮੀਨੇਟ ਕਰ ਰਿਹਾ ਹੋਏਗਾ, ਕੋਈ ਕਸਟਮਰ ਨਾਲ ਡੀਲ ਕਰ ਰਿਹਾ ਹੋਗਾ, ਕੋਈ ਸ਼ੇਅਰ ਹੋਲਡਰ ਨੂੰ ਰਿਕਾਰਡ ਦੇ ਰਿਹਾ ਹੋਏਗਾ। ਇਹ ਸਾਰੇ ਫਿਰ ਕੰਮ ਨੇ ਨਾ ਜਿਹੜੇ ਆਫਿਸ ਵਿੱਚ ਸਥਾਪਿਤ ਹੋ ਰਹੇ ਹੋਣਗੇ। ਬਤੌਰ ਵਿਦਿਆਰਥੀ ਤੁਹਾਨੂੰ ਇਸ ਚੀਜ਼ ਸਮਝਣੀ ਚਾਹੀਦੀ ਹੈ ਕਿ ਇਹ ਵਾਲੇ ਜਿਹੜੇ ਕੰਮ ਹੈਗੇ ਨੇ ਆਉਣ ਵਾਲੇ ਟਾਈਮ ਤੁਸੀਂ ਕਰੋਗੇ। ਹੁਣ ਆਫਿਸ ਨੂੰ ਕਿਹੜੇ ਫੈਕਟਰ ਇਫੈਕਟ ਕਰਦੇ ਨੇ ਜਦੋਂ ਆਪਾਂ ਸਿਲੈਕਸ਼ਨ ਕਰਨਾ ਹੈਗਾ? ਇੱਕ ਤਾਂ ਲੋਕੇਸ਼ਨ, ਉਹ ਲੋਕੇਸ਼ਨ ਕਿੱਥੇ ਹੋਵੇ ਇਹ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈਗਾ ਆ। ਜਿੱਥੋਂ ਤੁਹਾਡੇ ਕਲਾਇੰਟ ਵੀ ਤੁਹਾਨੂੰ ਮਿਲ ਸਕਣ, ਅਸੈਸਿਬਿਲਿਟੀ ਵੀ ਉੱਥੇ ਵਧੀਆ ਹੋਵੇ, ਸਪਲਾਇਰ ਤੇ EMPLOYE ਵਾਸਤੇ ਵੀ ਆਸਾਨੀ ਹੋਵੇ, ਲੋਕਲ ਅਮਿਊਨਿਟੀ ਵੀ ਉੱਥੇ ਅਵੇਲੇਬਲ ਹੁੰਦੀ ਹੋਵੇ। ਆਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਥਾਨਕ ਸਹੂਲਤਾਂ ਦੇ ਰੂਪ, ਸਪਲਾਇਰ, ਕਰਮਚਾਰੀ, ਗ੍ਰਾਹਕ, ਇਹ ਸਾਡੇ ਆਹ ਸਾਰੀ ਜਿਹੜੀ ਲੋਕੇਸ਼ਨ ਹੈਗੀ ਉਹ ਸੈਂਟਰਲ ਲੋਕੇਟਡ, ਤਾਂ ਹੀ ਤੇ ਕਹਿੰਦੇ ਨਾ ਕਿ ਸੈਂਟਰਲਾਈਜ਼ਡ ਲੋਕੇਟਡ ਹੋਵੇ, ਉਹ ਕੇਂਦਰੀ ਸਥਾਨ ਹੋਏਗਾ। ਸਾਈਜ਼ ਦਾ ਲੇਆਊਟ ਵੀ ਡਿਪੈਂਡ ਕਰੇਗਾ ਕਿ ਜਿਸ ਤਰ੍ਹਾਂ ਦਾ ਬਿਜ਼ਨਸ ਹੈਗਾ ਆ ਉਸ ਤਰ੍ਹਾਂ ਦਾ ਸਾਈਜ਼ ਹੋਏਗਾ। ਜੇ EMPLOYE ਜ਼ਿਆਦਾ ਨੇ ਤੇ ਵੱਡਾ ਸਾਈਜ਼ ਵੀ ਹੋ ਸਕਦਾ ਹੈਗਾ, EMPLOYE ਘੱਟ ਹੈਗੇ ਨੇ ਛੋਟਾ ਸਾਈਜ਼ ਵੀ ਹੋ ਸਕਦਾ ਹੈਗਾ ਆ। ਤੇ ਵਰਕਰ ਜਿਸ ਤਰ੍ਹਾਂ ਦੀ ਪਰਫਾਰਮੈਂਸ ਦੇਣਗੇ ਉੱਥੇ ਜਿਹੜਾ ਕੰਮ ਚੱਲ ਰਿਹਾ ਹੋਏਗਾ ਉਹ ਡਿਪੈਂਡ ਕਰੇਗਾ ਤੁਹਾਡੀ ਫਿਊਚਰ ਗਰੋਥ ਕਿਸ ਤਰ੍ਹਾਂ ਦੀ, ਉਸ ਤਰ੍ਹਾਂ ਦਾ ਤੁਸੀਂ ਸਾਈਜ਼ ਬਣਾ ਲਓਗੇ। ਜਿਸ ਤਰ੍ਹਾਂ ਦਾ ਵਰਕ ਉੱਥੇ ਚੱਲਣਾ ਹੈਗਾ ਉਸ ਤਰ੍ਹਾਂ ਦਾ। ਮੰਨ ਲਓ ਕੋਈ ਸਟੀਲ ਇੰਡਸਟਰੀ ਹੈਗੀ ਆ, ਕੋਈ ਐਲੂਮੀਨੀਅਮ ਇੰਡਸਟਰੀ ਹੈਗੀ ਆ, ਕੋਈ ਵੱਡੇ ਲੈਵਲ ਤੇ ਕੁਛ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ, ਉਹਨਾਂ ਨੂੰ ਜ਼ਿਆਦਾ ਜਗ੍ਹਾ ਚਾਹੀਦੀ ਹੈਗੀ ਆ। ਕੋਈ ਕੰਪਿਊਟਰਾਈਜ਼ ਕੰਮ ਕਰਦੇ ਹੈਗੇ ਨੇ, ਹੋ ਸਕਦਾ ਉਹ ਇਹਨਾਂ ਦੇ ਇੱਕ ਕਮਰੇ ਵਿੱਚ ਵੀ ਚੱਲ ਜਾਂਦਾ ਹੋਵੇ। ਕੁਛ ਇਸ ਤਰ੍ਹਾਂ ਦੇ ਵੇਅਰ ਹਾਊਸਿਸ ਨੇ ਜਿਹੜੇ ਸ਼ਹਿਰ ਤੋਂ ਬਾਹਰ ਹੋ ਸਕਦੇ ਨੇ। ਕੁਛ ਇਸ ਤਰ੍ਹਾਂ ਦਾ ਫਰੰਟ ਡੈਸਕ ਆਫਿਸ ਹੈ ਜਿਹੜਾ ਬਿਲਕੁਲ ਸ਼ਹਿਰ ਦੇ ਅੰਦਰ ਹੋਣਾ ਚਾਹੀਦਾ, ਇਨ ਦਾ ਹਾਰਟ ਆਫ ਸਿਟੀ ਹੋਣਾ ਚਾਹੀਦਾ। ਡਿਪੈਂਡ ਕਰੇਗਾ ਨਾ ਸਾਈਜ਼ ਉਹਦਾ, ਫਿਰ ਉਸ ਹਿਸਾਬ ਨਾਲ ਵੱਡਾ ਛੋਟਾ ਹੋਏਗਾ। ਲੋਕੇਸ਼ਨ ਉਹਦਾ ਸ਼ਹਿਰ ਤੋਂ ਅੰਦਰ ਜਾਂ ਸ਼ਹਿਰ ਤੋਂ ਬਾਹਰ ਹੋਏਗੀ। ਤੇ ਤੀਸਰੀ ਚੀਜ਼ ਫਿਰ ਕੀ ਆ ਗਈ? ਕਾਸਟ। ਉਹ ਡਿਪੈਂਡ ਕਰਦਾ ਕਿ ਸਾਡੇ ਕੋਲ ਕਿੰਨਾ ਬਜਟ ਹੈਗਾ, ਉਸ ਬਜਟ ਦੇ ਵਿਦਨ ਹੀ ਆਪਾਂ ਉਹਦਾ ਰੈਂਟ ਦੇਣਾ, ਯੂਟਿਲਿਟੀਜ਼ ਉਹਦੀਆਂ ਜੋ ਵੀ ਆਫਿਸ ਵਿੱਚ ਵੇਖੋ ਨਾ ਕਿੰਨੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ, ਉਹਨੂੰ ਚਲਾਉਣ ਲਈ ਜਿਹੜਾ ਪੈਸਾ ਲੱਗ ਰਿਹਾ ਹੁੰਦਾ ਉਹ ਵੀ ਉਸੇ ਪੈਸੇ ਚੋਂ ਹੀ ਆਉਣਾ ਨਾ, ਕਾਸਟ ਵਿੱਚ ਹੀ ਉਹਦਾ ਹੋਏਗਾ। ਮੇਨਟੇਨੈਂਸ ਕਾਸਟ ਹਰ ਇੱਕ ਆਫਿਸ ਦੀ ਹੁੰਦੀ ਹੈਗੀ ਆ। ਜਿਹੜਾ ਵੀ ਆਪਾਂ ਆਫਿਸ ਚਲਾ ਰਹੇ ਆ ਉੱਥੇ ਇਲੈਕਟ੍ਰਿਸਿਟੀ ਦਾ ਬਿੱਲ ਆਏਗਾ, ਇੰਟਰਨੈਟ ਦਾ ਬਿੱਲ ਆਏਗਾ, ਹੋ ਸਕਦਾ ਅਸੀਂ ਉਹਦਾ ਰੈਂਟ ਦੇ ਰਹੇ ਹੋਵਾਂਗੇ। ਤੇ ਇਹ ਸਾਰੀਆਂ ਚੀਜ਼ਾਂ ਕਾਸਟ ਵਿੱਚ ਸਥਾਪਿਤ ਹੁੰਦੀਆਂ ਹੈਗੀਆਂ ਨੇ। ਤੇ ਸਥਾਨ, ਆਕਾਰ ਤੇ ਲਾਗਤ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਦਫ਼ਤਰ ਦੇ ਚੋਣ ਨੂੰ ਪ੍ਰਭਾਵਿਤ ਕਰਦੀਆਂ ਹੈਗੀਆਂ। ਜਦੋਂ ਵੀ ਆਪਾਂ ਡਿਸਾਈਡ ਕਰਨਾ ਹੈਗਾ ਆ, ਮੰਨ ਲਓ ਤੁਹਾਡੇ ਸਾਹਮਣੇ ਕੁਐਸਚਨ ਆ ਜਾਂਦਾ ਐਜ਼ ਅ ਮੈਨੇਜਰ ਕਿ ਅਸੀਂ ਹੁਣ ਨਵਾਂ ਇੱਕ ਆਫਿਸ ਬਣਾਉਣ ਜਾ ਰਹੇ ਹਾਂ, ਤੇ ਤੁਹਾਡੇ ਦਿਮਾਗ 'ਚ ਕੀ ਹੋਣਾ ਚਾਹੀਦਾ ਕਿ ਉਹਦੀ ਲੋਕੇਸ਼ਨ ਕਿੱਥੇ ਹੋਵੇ, ਉਹਦਾ ਸਾਈਜ਼ ਕੀ ਹੋਏਗਾ, ਤੇ ਸਾਡੇ ਕੋਲ ਉਹਦੇ ਵਾਸਤੇ ਪੈਸੇ ਕਿੰਨੇ ਹੈਗੇ ਨੇ, ਉੱਤੇ ਬਾਅਦ 'ਚ ਖਰਚਾ ਕਿਹੜਾ ਕਿਹੜਾ ਆ ਸਕਦਾ ਹੈਗਾ ਆ। ਅਗਰ ਇਹ ਚੀਜ਼ਾਂ ਤੁਹਾਡੇ ਦਿਮਾਗ 'ਚ ਕਲੀਅਰ ਹੋ ਗਈਆਂ ਤੇ ਤੁਸੀਂ ਬੜੀ ਆਸਾਨੀ ਦੇ ਨਾਲ ਉਹ ਕੰਮ ਕਰ ਸਕਦੇ ਹੈਗੇ ਜੇ। ਤੇ ਇਹ ਐਜ਼ ਅ ਮੈਨੇਜਰ ਤੁਹਾਨੂੰ ਕਦੇ ਨਾ ਕਿਤੇ ਜ਼ਿੰਮੇਵਾਰੀ ਪਏਗੀ। ਤੇ ਅਗਰ ਤੁਸੀਂ ਆਹ ਟੌਪਿਕ ਪੜ੍ਹੇ ਹੋਣਗੇ ਤੇ ਤੁਹਾਨੂੰ ਬਹੁਤ ਕਲੈਰਿਟੀ ਰਹੇਗੀ ਕਿ ਹਾਂ ਮੈਨੂੰ ਪਤਾ ਹੈਗਾ ਇਹਦਾ ਜਵਾਬ, ਚਾਹੇ ਉਹ ਐਗਜ਼ਾਮ 'ਚ ਆ ਜਾਵੇ, ਚਾਹੇ ਤੁਹਾਡੇ ਰੀਅਲ ਆਫਿਸ ਵਿੱਚ ਆ ਤੁਹਾਨੂੰ ਕੰਮ ਆ ਜਾਵੇ। ਮਗਰ ਇਸ ਚੀਜ਼ਾਂ ਨੂੰ, ਕਨਸੈਪਟ ਨੂੰ ਸਮਝ ਕੇ ਚੱਲਣਾ ਹੈਗਾ ਆ। ਤੇ ਅੱਜ ਤੇ ਆਪਾਂ ਰਿਵਾਈਜ਼ ਕਰ ਰਹੇ, ਜਿਹੜੇ ਬੱਚਿਆਂ ਨੇ ਪਹਿਲਾਂ ਪੜਿਆ ਗਿਆ ਉਹਨਾਂ ਨੂੰ ਕਲੀਅਰ ਹੋ ਰਿਹਾ ਹੋਗਾ ਕਿ ਅਸੀਂ ਪੁਆਇੰਟ ਪਹਿਲਾਂ ਹੀ ਡਿਸਕਵਰ ਕਰ ਚੁੱਕੇ ਹੈਗੇ ਆ। ਇਹਨਾਂ ਨੂੰ ਆਪਾਂ ਪਹਿਲਾਂ ਹੀ ਕਲੀਅਰ ਕੀਤਾ ਹੋਏਗਾ ਆ ਜਦੋਂ ਆਪਾਂ ਐਕਚੁਅਲ ਟੌਪਿਕ ਪੜ੍ਹੇ ਹੈਗੇ ਸੀ ਚੈਪਟਰ 1 ਤੇ ਚੈਪਟਰ 2। ਹੁਣ ਆਫਿਸ ਦੇ ਚੈਲੰਜ ਕੀ ਹੋਣਗੇ, ਕਿਹੜੇ ਕਿਹੜੇ ਟਾਸਕ ਹੈਗੇ ਉੱਥੇ ਆਪਾਂ ਨੂੰ ਕੀਤੇ ਜਾਣੇ ਹੋਣਗੇ, ਕਿਉਂਕਿ ਆਪਾਂ ਨਾ ਫਿਊਚਰ ਵਾਸਤੇ ਵੀ ਸੋਚਣਾ ਹੁੰਦਾ ਕਿ ਆਉਣ ਵਾਲੇ ਟਾਈਮ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਫਿਸ ਵਿੱਚ ਆਉਣਗੀਆਂ। ਦੇਖੋ ਇੱਕ ਤਾਂ ਹੈਗਾ ਆ ਰਿਮੋਟ ਤੇ ਹਾਈਬ੍ਰਿਡ ਵਰਕਫੋਰਸ। ਆਪਾਂ ਮੰਨ ਕੇ ਚੱਲੀਏ ਕਿ ਜਿਹੜੀ ਸਾਡੀ ਵਰਕ ਪ੍ਰਬੰਧਨ ਹੈਗਾ ਨਾ ਉਹ ਹਾਈਬ੍ਰਿਡ ਹੋਏਗਾ। ਕੁਝ ਲੋਕ ਉੱਥੇ ਹੀ ਬੈਠ ਕੇ ਕੰਮ ਕਰਨ ਵਾਲੇ ਹੋਣਗੇ, ਕੋਈ ਬਾਹਰ ਰਿਮੋਟ ਤੋਂ ਕਰ ਰਹੇ ਹੋਣਗੇ। ਅਲੱਗ-ਅਲੱਗ ਕਲਚਰ ਦੇ ਲੋਕ ਹੋਣਗੇ, ਅਲੱਗ-ਅਲੱਗ ਕੰਮ ਕਰਨ ਵਾਲੇ ਲੋਕ ਜਿਹੜੇ ਹੈਗੇ ਆਪਾਂ ਆਫਿਸ ਵਿੱਚ ਬਿਠਾਉਂਦੇ ਹੈਗੇ, ਉਹਨਾਂ ਤੋਂ ਕੰਮ ਲੈਂਦੇ ਹੈਗੇ ਆ। ਤੇ ਇਹਨਾਂ ਨੂੰ ਮੈਨੇਜ ਕਰਨਾ ਵੀ ਆਪਣੇ ਪ੍ਰਕਾਰ ਦਾ ਕੰਮ ਹੋਏਗਾ। ਮੰਨ ਲਓ ਕੁਝ ਲੋਕ ਹੋ ਸਕਦੇ ਨੇ ਜਿਹੜੇ ਆਪਣੇ ਘਰੋਂ ਕੰਮ ਕਰ ਰਹੇ ਹੈਗੇ ਨੇ, ਠੀਕ ਹੈ ਨਾ, ਉਹਨਾਂ ਦਾ ਆਫਿਸ ਜਿਹੜਾ ਰਿਮੋਟ ਆਫਿਸ ਹੈਗਾ। ਜਿਹੜਾ ਤੁਹਾਡਾ ਸਰਵਿਸ ਸੈਂਟਰ ਹੈਗਾ ਆ, ਕਸਟਮਰ ਸਪੋਰਟ ਵਾਲਾ ਸਰਵਿਸ ਹੈਗਾ, ਉਹ ਹੋ ਸਕਦਾ ਤੁਸੀਂ ਕਿਤੇ ਹੋਰ ਜਗ੍ਹਾ ਤੇ ਲਿਆ। ਜਿਸ ਤਰ੍ਹਾਂ ਆਪਾਂ ਅਗਰ ਇੰਡੀਆ ਦੀ ਗੱਲ ਕਰੀਏ ਨਾ ਤੇ ਉਹ ਹੋ ਸਕਦਾ ਨੋਇਡਾ ਵਿੱਚ ਹੋਵੇ। ਜਿਹੜਾ ਤੁਹਾਡਾ ਮੈਨੂਫੈਕਚਰਿੰਗ ਯੂਨਿਟ ਹੈਗਾ ਆ ਉਹ ਹੋ ਸਕਦਾ ਗੁਜਰਾਤ 'ਚ ਹੋਵੇ। ਜਿਹੜਾ ਤੁਹਾਡਾ ਮਾਰਕੀਟਿੰਗ ਯੂਨਿਟ ਹੈਗਾ ਆ ਉਹ ਹੋ ਸਕਦਾ ਆ ਮਹਾਰਾਸ਼ਟਰ ਵਿੱਚ ਹੋਵੇ। ਤੇ ਇਹਨਾਂ ਸਾਰਿਆਂ ਨੂੰ ਤੁਸੀਂ ਕੰਟਰੋਲ ਕਰਨਾ ਹੁੰਦਾ ਨਾ ਆਫਿਸ ਵਿੱਚ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਕਿ ਰਿਮੋਟ ਤੇ ਹਾਈਬ੍ਰਿਡ ਵਰਕਫੋਰਸ ਨੂੰ ਕਿਸ ਤਰ੍ਹਾਂ ਕੰਟਰੋਲ ਵਿੱਚ ਆਪਾਂ ਲੈਣਾ ਹੈਗਾ ਹੈ। ਇਸ ਤੋਂ ਬਾਅਦ ਬੱਚਿਓ ਡੇਟਾ ਸਿਕਿਉਰਿਟੀ। ਇਹ ਟੌਪਿਕ FEB ਦੇ ਜਾਂ MOP ਦੇ ਜਦੋਂ ਵੀ ਆਪਾਂ ਪੜਾਂਗੇ ਇਹ ਬਾਰ-ਬਾਰ ਰਿਪੀਟ ਹੋਣਗੇ। ਦੋ ਵਰਡ ਕਿਹੜੇ-ਕਿਹੜੇ? ਡੇਟਾ ਸਿਕਿਉਰਿਟੀ ਤੇ ਪ੍ਰਾਈਵੇਸੀ। ਸਾਡੇ ਕੋਲ ਜਿਹੜਾ ਕਸਟਮਰ ਦਾ ਡੇਟਾ ਆ ਰਿਹਾ ਹੈ ਉਹ ਸਾਡੇ ਡਿਜੀਟਲ ਡਿਵਾਈਸ ਵਿੱਚ ਪਿਆ ਹੋਇਆ, ਸਾਡੀ ਹਾਰਡ ਡਿਸਕ ਵਿੱਚ ਪਿਆ ਹੋਇਆ, ਉਹਨੂੰ ਸਿਕਿਉਰ ਰੱਖਣਾ ਤਾਂ ਕਿ ਉਹ ਕਿਸੇ ਹੋਰ ਦੀ ਪਹੁੰਚ ਵਿੱਚ ਨਾ ਚਲਾ ਜਾਵੇ। ਇਹਦੇ ਬਹੁਤ ਸਾਰੇ ਖਤਰੇ ਹੁੰਦੇ। ਅਗਰ ਉਹ ਤੁਹਾਡੇ ਕੰਪੀਟੀਟਿਵ ਜਿਹੜੀ ਆਰਗੇਨਾਈਜੇਸ਼ਨ ਹੈਗੀ ਉਹਦੇ ਕੋਲ ਪਹੁੰਚ ਜਾਂਦਾ ਹੈਗਾ ਆ
ਤੇ ਵੀ ਤੁਹਾਨੂੰ ਬਹੁਤ ਸਾਰੀ ਮੁਸ਼ਕਲਾਂ ਆ ਸਕਦੀਆਂ ਹੈਗੀਆਂ ਨੇ। ਜੇ ਉਹ ਲੀਕ ਹੋ ਜਾਂਦਾ ਹੈਗਾ, ਸਮਾਜ ਵਿੱਚ ਚਲਾ ਜਾਂਦਾ ਹੈਗਾ, ਤਾਂ ਵੀ ਉਹ ਬੜੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਕਿ ਤੁਹਾਡੇ ਕਸਟਮਰ ਦਾ ਸਾਰਾ ਡੇਟਾ ਜਿਹੜਾ ਹੈਗਾ ਉਹ ਬਾਹਰ ਚਲਾ ਗਿਆ ਹੈਗਾ। ਜਿਹੜਾ ਤੁਸੀਂ ਉੱਥੇ ਕੰਮ ਕਰਦੇ ਹੈਗੇ ਜੀ, ਉਹ ਵੀ ਹੁਣ ਅਸੀਂ ਸਾਰਾ ਦਾ ਸਾਰਾ ਰਿਟਰਨ ਵਿੱਚ ਡੇਟਾ ਦੇ ਰੂਪ ਵਿੱਚ ਆਪਣੀ ਡਿਵਾਈਸਿਸ ਵਿੱਚ ਰੱਖਿਆ ਹੁੰਦਾ। ਅਗਰ ਉਹ ਕਿਸੇ ਨੂੰ ਪਤਾ ਲੱਗ ਜਾਂਦਾ ਤਾਂ ਵੀ ਅਸੀਂ ਕੰਪਨੀ ਜਿਹੜੀ ਹੈਗੀ ਆ, ਉਹ ਫਰਮ ਜਿਹੜੀ ਹੈਗੀ ਆ ਮੁਸ਼ਕਲ 'ਚ ਪੈ ਸਕਦੀ ਹੈਗੀ ਆ। ਤੇ ਇਸ ਕਰਕੇ ਉਹਨੂੰ ਸਿਕਿਉਰ ਰੱਖਣਾ, ਉਸ ਪ੍ਰਾਈਵੇਸੀ ਨੂੰ ਬਣਾਏ ਰੱਖਣਾ, ਇਹ ਵੀ ਇੱਕ ਸਾਡੀ ਜ਼ਿੰਮੇਵਾਰੀ ਵਿੱਚ ਆਏਗਾ। ਅੱਛਾ, ਨਵੀਂ ਟੈਕਨੋਲੋਜੀ ਅੱਜ ਤੋਂ 10-20-30 ਸਾਲ ਪਹਿਲਾਂ ਜਦੋਂ ਆਪਾਂ ਵੇਖਦੇ ਹਾਂ, ਟੈਕਨੋਲੋਜੀ ਜਿਹੜਾ ਬਦਲਾਵ ਆ ਰਿਹਾ ਸੀ ਉਹ ਬੜਾ ਸਲੋ ਹੈਗਾ ਸੀ। ਹੁਣ ਜਿਹੜਾ ਬਦਲਾਵ ਆ ਰਿਹਾ ਉਹ ਬਹੁਤ ਜ਼ਿਆਦਾ ਫਾਸਟ ਹੈਗਾ। ਉਸ ਫਾਸਟ ਬਦਲਾਵ ਨੂੰ ਆਪਾਂ ਕਿਸ ਤਰ੍ਹਾਂ ਮੇਨਟੇਨ ਕਰਨਾ ਹੈਗਾ ਆ, ਕਿਸ ਤਰ੍ਹਾਂ ਆਪਾਂ ਆਫਿਸ ਵਿੱਚ ਚਲਾਉਣਾ ਹੈਗਾ, ਕਿਉਂਕਿ ਨਵੀਂ ਤੋਂ ਨਵੀਂ ਟੈਕਨੋਲੋਜੀ ਆ ਰਹੀ ਹੈਗੀ ਆ। ਅੱਜ ਆਪਾਂ ਕੰਪਿਊਟਰ ਪੜ੍ਹਾ ਰਹੇ ਹੈਗੇ ਆ ਤੇ ਕੱਲ ਆਪਾਂ AI ਪੜ੍ਹਾਉਣਾ ਹੈਗਾ ਆ। ਤੇ ਇਸ ਚੀਜ਼ ਨੂੰ ਮੇਨਟੇਨ ਕਰਨ ਵਾਸਤੇ ਸਾਨੂੰ ਬਾਰ-ਬਾਰ ਸੋਚਣਾ ਪਊਗਾ ਕਿ ਉਸ ਨੂੰ ਹੈਂਡਲ ਕਿਸ ਤਰ੍ਹਾਂ ਕਰਨਾ ਹੈ। ਉਹਦੀ ਸਮਝ ਸਾਡੇ ਕੋਲ ਹੋਣੀ ਚਾਹੀਦੀ ਹੈਗੀ ਆ, ਉਹਦੀ ਸਾਡੇ ਕੋਲ ਡਿਜੀਟਲ ਟੂਲਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਜਿਹੜੇ ਨਵੇਂ ਆ ਗਏ ਨੇ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਵਰਕਫੋਰਸ ਨੂੰ ਸਮਝਾਉਣਾ ਹੈਗਾ, ਦੇਣੇ ਹੈਗੇ, ਪ੍ਰਦਾਨ ਕਰਨੇ ਹੈਗੇ ਨੇ। ਪ੍ਰਮੋਟਿੰਗ ਵਰਕ ਲਾਈਫ बैलेंस एंड एम्प्लॉय वेलबींग। देखो आने वाले टाइम च ना ये बहुत बड़ा एक चीज आ गया कि काम जीवन का संतुलन बनाना ते कर्मचारियों की भलाई वास्ते भी कुछ काम करने। नवे ऑफिस विच ओही कर्मचारी टिकेगा ते आपां उहनूं मेनटेन रख पावांगे जिहदा वर्क लाइफ बैलेंस होएगा। अगर वो बहुत ज्यादा वर्क विच या बहुत ज्यादा लाइफ चला जाएगा तो फिर किते ना किते ऑफिस वास्ते वो यूजफुल नहीं रहेगा। अगर आप रिटेन करना चाहते हैं अपने इंप्लॉय नूं तो ओदी वैलबींग वास्ते सानूं बहुत कुछ सोचना पएगा। ये आने वाले फ्यूचर में बहुत बड़े चैलेंज होंगे कि असीं अपने इंप्लॉयज नूं किस तरह सस्टेन रखांगे, अपने ऑफिस नूं सस्टेन किस तरह रखांगे। क्रिएटिंग सस्टेनेबल एनवायरनमेंट एंड फ्रेंडली ऑफिस, ये फिर वही गल ना मिलती जुलती गल हैगी आ कि सस्टेनेबल ते एनवायरनमेंट फ्रेंडली जिहड़े ऑफिस हैगे ने वो किस तरह बनाने हैगे, वो भी साडे तो सवाल आएगा। अगर असीं एनवायरनमेंट नूं नुकसान पहुंचा रहे हां जां अपने ऑफिस नूं सस्टेन नहीं कर पा रहे हैगे ते वो भी नहीं चलेगा। इहदे च रिन्यूएबल एनर्जी का यूज करना, पोल्यूशन घट सो घट करना, उहदे बारे भी सानूं बहुत ज़्यादा समझ होनी चाहिदी हैगी है। इहदे बारे भी आपां बहुत ज़्यादा गलबात अगले टॉपिक्स विच करांगे ते इहनूं समझण विच सानूं मदद होएगी। मैनेजिंग एंड एनालाइजिंग लार्ज अमाउंट ऑफ डाटा। देखो हुण डेटा वधदा जा रहा हैगा आ, हुण डेटा जदों आपां हैगा आ वेखांगे इन्नी वड्डी मात्रा च है कि उहनूं किस तरह दा प्रबंध करना हैगा आ, उहनूं किस तरह हैंडल करना, ये भी साडे उत्ते सवाल होएगा। कीपिंग अप विद कॉन्स्टेंटली चेंजिंग लॉ। हुण लॉ जिहड़े हुंदे ने वो भी वेखो बहुत चेंज हो रहे हैगे ने, ਉਹਨਾਂ ਦੇ ਨਾਲ ਆਪਣੇ ਆਪ ਨੂੰ ਮੇਨਟੇਨ ਰੱਖਣਾ, ਉਹਨਾਂ ਨੂੰ ਉਸ ਰੈਗੂਲੇਸ਼ਨ ਦੇ ਨਾਲ ਆਪਣੇ ਆਫਿਸ ਨੂੰ ਚਲਾ ਪਾਉਣਾ, ਆਪਣੀ ਫਰਮ ਨੂੰ ਚਲਾ ਪਾਉਣਾ, ਇਹ ਵੀ ਸਵਾਲ ਦਾ ਨਿਸ਼ਾਨ ਹੁੰਦਾ ਆ। ਇਹਦੇ ਬਾਰੇ ਪਹਿਲਾਂ ਲਾਅ ਦੀ ਤੁਹਾਨੂੰ ਸਮਝ ਹੋਵੇ ਤੇ ਜੇ ਉਹ ਚੇਂਜ ਹੋ ਰਹੇ ਨੇ ਤੇ ਫਿਰ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਚੇਂਜ ਕਰਕੇ ਉਹਨਾਂ ਦੇ ਮੁਤਾਬਿਕ ਖੁਦ ਨੂੰ ਹੈਂਡਲ ਕਰਨਾ, ਇਹ ਵੀ ਤੁਹਾਨੂੰ ਪਤਾ ਹੋਵੇ। ਇੰਪਰੂਵਿੰਗ ਕਮਿਊਨੀਕੇਸ਼ਨ ਐਂਡ ਕੋਲੈਬੋਰੇਸ਼ਨ। ਵੇਖੋ ਇੰਪਲੋਇਜ਼ ਦੇ ਵਿਚਕਾਰ ਜਿਹੜਾ ਕਮਿਊਨੀਕੇਸ਼ਨ ਹੈਗਾ ਆ ਉਹਦੀ ਬਹੁਤ ਇੰਪਰੂਵਮੈਂਟ ਦੀ ਲੋੜ ਹੈਗੀ ਆ, ਉਹਨੂੰ ਬਹੁਤ ਵਧਾਉਣ ਦੀ ਲੋੜ ਹੈਗੀ ਆ। ਉਹ ਅਗਲੇ ਟਾਈਮ ਵਿੱਚ ਇਹ ਨਹੀਂ ਹੋ ਪਾਏਗਾ ਕਿ ਤੁਸੀਂ ऑफिस बैठे जे ते तुहाडे कर्मचारी नाल तुहाडा कोई संबंध ही नहीं हैगा, तुसीं कम्युनिकेट नहीं कर पा रहे, अपने कस्टमर नाल नहीं कर पा रहे, शेयर होल्डर नाल नहीं कर पा रहे, तो तुसीं बहुत पिछे रह जाओगे। कस्टमर सर्विस नूं टैक्नोलॉजी दे नाल देना, ऑटोमेशन दे नाल। हुण ते AI दा यूज हो रहा ना कि जदों कस्टमर आउंदा आ पहला AI टूल्स उहदे नाल डील करदा हैगा, कई बार ओहदी प्रॉब्लम AI टूल ही हैंडल कर लैंदा। जे ना कर पावे तो फिर आपां ओहनूं किसी कर्मचारी दे नाल संबोधित करवाउने हैगे आ ते ओह फिर ओहदी मदद करदा। टैक्नोलॉजी दा ऑटोमेशन इहदे विच भी बहुत ज़्यादा योगदान होएगा, ये भी तुहानूं बहुत वड्डे लैवल ते करना पएगा ते इहदी तुहानूं समझ होनी चाहिदी हैगी। हुण प्यारे बच्चों आपां समझण दी कोशिश की कीती, तुसीं ध्यान नाल समझो। असीं ऑफिस समझिया कि ऑफिस दे करैक्टरिस्टिक्स किस तरह दे हुंदे हैगे ने, वो किस तरह एफिशिएंसी वधा रहा हुंदा, कोस्ट नूं रिडक्शन विच लैके जा रहा हुंदा। असीं ये समझिया कि जिहड़ा नवां ऑफिस हैगा आ, आधुनिक ऑफिस हैगा आ, वो पुराने ऑफिस तो किस तरह परे हैगा। जिहड़ा पुराना ऑफिस हैगा सी ਉਹਦੇ ਚ ਆਪਾਂ ਕੀ ਸਮਝਦੇ ਹੈਗੇ ਸੀ ਕਿ ਉਹਦੇ ਵਿੱਚ ਪੈਨ ਹੋ ਰਿਹਾ ਹੈਗਾ ਆ, ਪੈਨਸਿਲ ਹੈਗਾ ਆ, ਉਹਦੇ ਵਿੱਚ ਆਪਾਂ ਰਬੜ ਦੇ ਨਾਲ ਯੂਜ਼ ਕਰ ਰਹੇ ਹਾਂ, ਟਾਈਪਰਾਈਟਰ ਮੈਨੂਅਲ ਹੈਗੇ ਨੇ, ਇਸ ਤਰ੍ਹਾਂ ਦੀਆਂ ਚੀਜ਼ਾਂ ਯੂਜ਼ ਹੋ ਰਹੀਆਂ ਹੈਗੀਆਂ ਨੇ। ਮਗਰ ਹੁਣ ਜਿਹੜਾ ਆਪਾਂ ਯੂਜ਼ ਕਰ ਰਹੇ ਹੈਗੇ ਆ ਉਹ ਕਿਸ ਤਰ੍ਹਾਂ ਦਾ ਯੂਜ਼ ਕਰ ਰਹੇ ਹੈਗੇ ਆ। ਹੁਣ ਸਾਡੇ ਜਿਹੜੇ ਆਫਿਸ ਹੈਗੇ ਨੇ ਉਹ ਮਾਡਰਨ ਹੋ ਚੁੱਕੇ ਹੈਗੇ ਨੇ ਤੇ ਮਾਡਰਨ ਆਫਿਸ ਵਿੱਚ ਆਪਾਂ ਇਸਤੇਮਾਲ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਕਰ ਰਹੇ ਹੈਗੇ ਆ, ਉਹਦੇ ਵਿੱਚ ਇਸਤੇਮਾਲ ਹੋ ਰਿਹਾ ਹੈਗਾ ਆ ਨਵੀਂ ਟੈਕਨੋਲੋਜੀ ਦਾ। ਕੰਪਿਊਟਰ ਆ ਚੁੱਕੇ ਹੈਗੇ ਨੇ, ਕਮਿਊਨੀਕੇਸ਼ਨ ਜਿਹੜਾ ਹੈਗਾ ਆ ਉਹ ਇੱਕ ਸਥਾਨ ਤੋਂ ਦੂਸਰੇ ਸਥਾਨ ਪਹੁੰਚਣ ਲੱਗਿਆ ਕੋਈ ਟਾਈਮ ਨਹੀਂ ਲੱਗ ਰਿਹਾ ਹੈਗਾ। ਹੁਣ ਅਸੀਂ ਇੰਟਰਨੈਟ ਦੀ ਮਦਦ ਨਾਲ, ਕੰਪਿਊਟਰ ਦੀ ਮਦਦ ਨਾਲ ਜਾਣਕਾਰੀ ਨੂੰ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਬੜੀ ਆਸਾਨੀ ਦੇ ਨਾਲ ਪਹੁੰਚਾ ਰਹੇ ਹੈਗੇ ਨੇ ਤੇ ਇਹ ਜਿਹੜੀ ਜਾਣਕਾਰੀ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਪਹੁੰਚ ਰਹੀ ਹੈਗੀ ਆ, ਇਹਦੇ ਵਿੱਚ ਮਾਡਰਨ ਆਫਿਸ ਦਾ ਬੜਾ ਰੋਲ ਹੈ। ਆਪਾਂ ਇਹ ਵੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਉਹਦੀ ਲੋਕੇਸ਼ਨ, ਉਹਦਾ ਸਾਈਜ਼ ਕਿਸ ਤਰ੍ਹਾਂ ਦਾ ਹੋਏਗਾ, ਉਹਦੀ ਕਾਸਟ ਕਿਸ ਤਰ੍ਹਾਂ ਦੀ ਹੋਏਗੀ।
ਫਿਰ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੁਣ ਨਵੇਂ ਚੈਲੰਜ ਕਿਸ ਤਰ੍ਹਾਂ ਦੇ ਹੈਗੇ ਆ ਕਿ ਅਸੀਂ EMPLOYE ਨੂੰ ਸਸਟੇਨ ਕਰਨਾ ਆ, ਅਸੀਂ ਹੁਣ ਚਾਹੁੰਦੇ ਆ ਕਿ ਸਾਡੇ EMPLOYE ਜਿਹੜੇ ਹੈਗੇ ਆ ਸਾਡੇ ਨਾਲ ਬਣੇ ਰਹਿਣ, ਤੇ ਕੀ ਅਸੀਂ ਉਹਨਾਂ ਦੀ ਭਲਾਈ ਬਾਰੇ ਵੀ ਕੁਝ ਸੋਚਣਾ ਹੈਗਾ ਆ, ਉਹਨਾਂ ਨੂੰ ਫਲੈਕਸੀਬਲ ਟਾਈਮਿੰਗ ਵੀ ਦੇਣੀਆਂ ਹੈਗੀਆਂ ਨੇ, ਸਾਡੇ ਆਫਿਸ ਵੀ ਲਚਕਦਾਰ ਹੋਣਗੇ। ਜਿਹੜੇ ਆਰਗੇਨਿਕ ਆਫਿਸ ਹੈਗੇ ਨੇ ਉਹ ਇਸ ਤਰ੍ਹਾਂ ਦੇ ਨਹੀਂ ਹੋਣਗੇ ਕਿ ਉਹ ਬਹੁਤ ਰਿਜਿਡ ਹੋਣਗੇ, ਟਾਈਮਿੰਗ ਰਿਜਿਡ ਹੋਏਗੀ, ਸਾਡੀ ਜਿਹੜੀ ਵਰਕਫੋਰਸ ਹੈਗੀ ਉਹ ਰਿਜਿਡ ਇਨਵਾਇਰਨਮੈਂਟ ਵਿੱਚ ਕੰਮ ਨਹੀਂ ਕਰ ਰਹੀ ਹੈਗੀ। ਪ੍ਰੋਫੈਸ਼ਨਲ ਡਿਵੈਲਪਮੈਂਟ ਵਾਸਤੇ ਕਿਤੇ ਨਾ ਕਿਤੇ ਸਾਨੂੰ ਉਹਨਾਂ ਨੂੰ ਇੱਕ ਚੰਗਾ ਇਨਵਾਇਰਨਮੈਂਟ ਵੀ ਦੇਣਾ ਪਏਗਾ। ਤੇ ਪਿਆਰੇ ਬੱਚੋ, ਆਪਾਂ ਬਹੁਤ ਹੀ ਸ਼ਿੱਦਤ ਦੇ ਨਾਲ ਰਿਵਾਈਜ਼ ਕੀਤਾ। ਹੁਣ ਮੈਂ ਸਮਝਦਾ ਤੁਹਾਨੂੰ ਇਹ ਦੋਵੇਂ ਚੈਪਟਰ ਬਹੁਤ ਚੰਗੀ ਤਰ੍ਹਾਂ ਆ ਗਏ ਹੋਣਗੇ। ਤੁਹਾਡਾ ਸੁਣਨ ਵਾਸਤੇ ਬਹੁਤ ਬਹੁਤ ਧੰਨਵਾਦ। ਜੈ ਹਿੰਦ।